जिस तरीके नाल प्रधानमंत्री के कमेंट्स आए है कि गलबात करने लई उन्होंने एक तरीके नाल सिग्नल दिता है कि गलबात हो सकती है इन्हां मुद्दों ते खेती नाल जुड़े जुड़े मामले है, पर किसानों का कहना है कि पहला माहौल तो तैयार करो। बीजेपी वालों जो माहौल तैयार किया जा रहा है, अटैक करवाए ਸਿੰਘੂ ਬਾਰਡਰ ਤੇ ਜਾਂ ਹੋਰ ਇੱਥੇ ਹੋਰ ਥਾਵਾਂ ਉੱਤੇ ਜਿਹੜਾ ਉਹਨਾਂ ਨੂੰ ਬਦਨਾਮ ਕਰਨ ਦੀਆਂ ਗੱਲਾਂ ਬਾਤਾਂ, ਜਾਂ ਜਿਸ ਤਰੀਕੇ ਨਾਲ ਖਾਲਿਸਤਾਨ ਦਾ ਕੋਈ ਝੰਡਾ ਨਹੀਂ ਸੀ, ਖਾਲਿਸਤਾਨ ਦਾ ਝੰਡਾ ਕਹਿੰਦੇ ਜੀ ਉੱਥੇ ਫਲੈਗ ਉੱਥੇ ਫਲਾਇਆ ਗਿਆ, ਅਨਫਰਲ ਕੀਤਾ ਗਿਆ। ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਇਹ ਥੋੜੀਆਂ ਜਿਹੀਆਂ ਤੁਹਾਨੂੰ ਫਿਰ ਉਹ ਸਾਰੇ ਜਿਹੜੀ ਗੱਲਬਾਤ ਕਰਦੇ ਵਿੱਚ ਅੜਿੱਕਾ ਲਾਉਂਦੀਆਂ। ਸਰਕਾਰ ਅੱਜ ਵੀ ਗੱਲਬਾਤ ਨੂੰ ਤਿਆਰ ਹੈ। ਇਹ ਇਦੋਂ ਵੱਡਾ ਡਰਾਮਾ ਕੋਈ ਨਹੀਂ ਕਰ ਸਕਦਾਗਾ ਔਰ ਇਹ ਡਰਾਮੇਬਾਜ਼ ਹੈ ਸਿਰੇ ਦਾ। ਆਲ ਪਾਰਟੀ ਮੀਟਿੰਗ ਦੇ ਵਿੱਚ ਪ੍ਰਾਈਮ ਮਿਨਿਸਟਰ ਉਹ ਕਹਿ ਵੀ ਕੀ ਸਕਦੇ ਸੀ, ਵਿਰੋਧੀ ਧਿਰਾਂ ਨੇ ਗੱਲ ਜ਼ਰੂਰ ਚੱਕਣੀ ਸੀ। ਬੜਾ ਭਖਦਾ ਮੁੱਦਾ ਕਿਸਾਨਾਂ ਦਾ, ਕਿ ਉਹਨਾਂ ਨੇ ਚੱਕਿਆ ਤਾਂ ਬਿਲਕੁਲ ਗੱਲ ਹੀ ਕਹਿਣਗੇ ਕਿ ਸਾਡੇ ਦਰਵਾਜ਼ੇ ਖੁੱਲ੍ਹੇ ਹੈ। ਲਾਰੇ ਇਹਨਾਂ ਨੇ ਲਾਏ ਆ ਸ਼ੁਰੂ ਤੋਂ, 11 ਮੀਟਿੰਗਾਂ ਤੋਂ ਬਾਅਦ ਵੀ ਗੱਲ ਉੱਥੇ ਦੀ ਉੱਥੇ ਹੀ ਕਿ ਸੰਸ਼ੋਧਨ ਕਰਾ ਲਓ, ਵਾਪਸ ਨਹੀਂ ਕਰਨੇ। ਇੱਕ ਪਾਸੇ ਤੁਸੀਂ ਆਪਣੇ ਪਾਰਟੀ ਦੇ ਗੁੰਡੇ ਭੇਜਦੇ ਹੋ ਕਿਸਾਨਾਂ ਨੂੰ ਜੋ ਪੀਸਮਈ ਸ਼ਾਂਤਮਈ ਢੰਗ ਨਾਲ ਉੱਥੇ ਪ੍ਰੋਟੈਸਟ ਕਰਦੇ, ਉਹਨਾਂ ਨੂੰ ਖਰੀਦਣ ਲਈ। ਉਹਨਾਂ ਦੇ ਪਤਾ ਨਹੀਂ ਅੱਜ ਕਿੰਨੇ ਹੀ ਸਾਡੇ ਪੰਜਾਬ ਦੇ ਸਾਡੇ ਨੌਜਵਾਨ ਲਾਪਤਾ, 12 ਨੌਜਵਾਨ ਤਾਂ ਮੌਕੇ ਤੇ ਹੀ ਲਾਪਤਾ ਹੋਏ ਆ। ਪ੍ਰਧਾਨ ਮੰਤਰੀ ਮੁਲਕ ਦਾ ਹੋਵੇ ਔਰ ਉਹ ਲੰਮੀਆਂ ਕਈ ਘੰਟਿਆਂ ਦੀਆਂ ਸਪੀਚਾਂ ਸਿਆਸੀ ਜਾ ਕੇ ਦੂਰ ਦਰਾਡੇ ਸਟੇਟਾਂ ਦੇ ਵਿੱਚ ਦਿੰਦਾ ਫਿਰਦਾ ਹੈ, ਔਰ ਇੰਨੇ ਮਰ ਗਏ ਕਿਸਾਨ ਉੱਥੇ ਵਿਚਾਰੇ ਠੰਡ ਦੇ ਵਿੱਚ ਬੱਚੇ, ਤੇ ਉਹਨਾਂ ਬਾਰੇ ਕਦੇ ਇੱਕ ਵੀ ਬਿਆਨ ਨਹੀਂ ਆਇਆ। ਦੇਖੋ, ਦਿੱਲੀ ਨੂੰ ਐਂ ਬਣਾਤਾ ਵੀ ਜਿਵੇਂ ਕਿਸੇ ਬਾਹਰਲੇ ਦੇਸ਼ ਤੋਂ ਹਮਲਾ ਹੋਣਾ ਹੁੰਦਾ। ਸਾਡੇ ਨਾਲ ਟਿੱਕਰੀ ਬਾਰਡਰ ਤੇ ਬਹੁਤ ਵੱਡੇ ਪੱਥਰ, ਉਹਨਾਂ ਦੇ ਵਿੱਚ ਮਿੱਟੀ ਭਰ ਕੇ ਉੱਤੇ ਬਜਰੀ ਪਾਤੀ, ਸੜਕ ਦੇ ਉੱਤੇ ਕਿੱਲ ਲਾਏ ਜਾ ਰਹੇ ਨੇ। ਇੱਕ ਪਾਸੇ ਦਾ ਕਹਿੰਦੇ ਗੱਲਬਾਤ ਕਰ ਲਓ, ਦੂਜੇ ਪਾਸੇ ਪਰਮਾਨੈਂਟ ਬੇਸ ਤੌਰ ਤੇ ਇੰਨਾ ਪੈਸਾ ਖਰਚ ਕੇ ਕੰਧਾਂ ਕੱਢੀਆਂ ਜਾ ਰਹੀਆਂ ਕਿ ਕਿੱਲਾਂ ਕੰਕਰੀਟ 'ਚ ਠੋਕੀਆਂ ਜਾ ਰਹੀਆਂ। ਇੱਕ ਕੋਸ਼ਿਸ਼ ਤਾਂ ਚੱਲ ਰਹੀ ਹੈ ਵੀ ਤੁਸੀਂ ਆਹ ਜਿਹੜਾ ਤੁਸੀਂ ਦੱਸ ਸਕਦੇ ਹੋ ਪੱਥਰ ਲਾਤੇ, ਕੰਧਾਂ ਕੱਢਤੀਆਂ, ਕਿੱਲ ਲਾਤੇ। ਦੂਸਰਾ ਨਾਲ ਦੀ ਨਾਲ ਇਹ ਵੀ ਕੋਸ਼ਿਸ਼ ਚੱਲ ਰਹੀ ਹੈ ਵੀ ਇਹਨਾਂ ਨੂੰ ਆਪਸ ਵਿੱਚ ਹੀ ਲੜਾਇਆ ਜਾਵੇ, ਬੜਾ ਜ਼ੋਰ ਸ਼ੋਰ ਨਾਲ ਲੜਾਉਣ ਦੀ ਕੋਸ਼ਿਸ਼ ਹੈ। ਫਿਰ ਸਰਕਾਰ ਕੋਲੇ ਕੋਈ ਰਾਹ ਨਹੀਂ ਲੱਭਿਆ। ਰਕੇਸ਼ ਟਿਕਿਆਟ ਨੇ ਉਧਰੋਂ ਇੰਨੀ ਮੂਵਮੈਂਟ ਕੀਤੀ, ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਇੱਕ ਸਾਜ਼ਿਸ਼ ਤੇ ਡਿਕਟੇਟੋਰੀਅਲ ਐਟੀਟਿਊਡ ਜਿਹੜੀ ਹੈ ਇਹ ਸਿਰਫ ਕਿਸਾਨ ਨੂੰ ਮਾਰਨਾ ਚਾਹੁੰਦੇ ਆ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਮੁੱਦੇ ਤੇ ਜਦੋਂ ਦਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਸ਼ਾਇਦ ਪਹਿਲੀ ਵਾਰ ਗੱਲਬਾਤ ਬਾਰੇ ਆਪਣੇ ਮੂੰਹ ਤੋਂ ਕੋਈ ਟਿੱਪਣੀ ਕੀਤੀ ਹੈ। ਉਂਝ ਚਾਹੇ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ, ਚਾਹੇ ਖੇਤੀ ਮੰਤਰੀ ਦੀ ਗੱਲ ਕਰ ਲਈਏ, ਲਗਾਤਾਰ ਖੇਤੀ ਕਾਨੂੰਨ ਦੇ ਹੱਕ 'ਚ ਹੀ ਉਹਨਾਂ ਨੇ ਮੁਹਾਰਨੀ ਰਟੀ ਹੋਈ ਹੈ। ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਗੱਲਬਾਤ ਕਰਨ ਲਈ ਤਿਆਰ ਹੈ, ਪਰ ਕਿਸੇ ਦਬਾਅ ਹੇਠ ਗੱਲਬਾਤ ਨਹੀਂ ਹੋ ਸਕਦੀ। ਗੱਲਬਾਤ ਤੋਂ ਪਹਿਲਾਂ ਉਹਨਾਂ ਦੇ ਰਸਤਿਆਂ 'ਚ ਕਿੱਲਾਂ ਨਹੀਂ ਕੱਢੀਆਂ ਜਾ ਸਕਦੀਆਂ ਤੇ ਉਹਨਾਂ ਤੇ ਹਮਲੇ ਨਹੀਂ ਕਰਵਾਏ ਜਾ ਸਕਦੇ। ਇੱਕ ਮਾਹੌਲ ਹੁੰਦਾ ਗੱਲਬਾਤ ਕਰਨ ਦੇ ਲਈ। ਉਂਝ ਜੇ ਆਪਾਂ ਕਿਸਾਨੀ ਦੇ ਮੂਡ ਦੀ ਗੱਲ ਕਰਦੇ ਹਾਂ ਤਾਂ 26 ਜਨਵਰੀ ਤੋਂ ਬਾਅਦ ਚਾਹੇ ਪੰਜਾਬ ਹੈ, ਹਰਿਆਣਾ ਹੈ ਜਾਂ ਯੂਪੀ ਦੇ ਬਹੁਤ ਸਾਰੇ ਹਿੱਸੇ ਹੈ, ਲਗਾਤਾਰ ਕਿਸਾਨਾਂ ਦਾ ਵੱਡਾ ਹੰਗਾਰਾ ਮਿਲ ਰਿਹਾ ਹੈ ਕਿਸਾਨੀ ਅੰਦੋਲਨ ਨੂੰ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਸਾਡੇ ਇਸ ਖਿੱਤੇ ਦੇ ਕਦਾਵਾਰ ਖਾਸ ਮਹਿਮਾਨ ਜੁੜ ਚੁੱਕੇ ਹੈ। ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਅਰਜਿੰਦਰ ਦੀਪਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਜਸਪਾਲ ਸਿੱਧੂ ਜੀ ਸੀਨੀਅਰ ਜਰਨਲਿਸਟ ਨੇ, ਪਰ ਸਮਾਜਿਕ, ਰਾਜਸੀ ਤੇ ਹੋਰ ਇਸ ਖੇਤਰ ਨਾਲ ਜੁੜੇ ਖਿੱਤਿਆਂ ਦੇ ਵਿੱਚ ਇੱਕ ਆਪਣੀ ਵੱਖਰੀ ਜਾਣ ਪਹਿਚਾਣ, ਲੰਬੇ ਸਮੇਂ ਤੋਂ ਉਹਨਾਂ ਦਾ ਇੱਕ ਤਜਰਬਾ ਰੱਖਦੇ ਆ। ਤਿੰਨੇ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਜਸਪਾਲ ਸਿੱਧੂ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਹਾਂਜੀ, ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਦੇ ਕਮੈਂਟਸ ਆਏ ਹੈ ਕਿ ਗੱਲਬਾਤ ਕਰਨ ਲਈ ਉਹਨਾਂ ਨੇ ਇੱਕ ਤਰੀਕੇ ਨਾਲ ਸਿਗਨਲ ਦਿੱਤਾ ਹੈ ਕਿ ਗੱਲਬਾਤ ਹੋ ਸਕਦੀ ਹੈ ਇਹਨਾਂ ਮੁੱਦਿਆਂ ਤੇ ਖੇਤੀ ਨਾਲ ਜੁੜੇ ਜਿਹੜੇ ਮਾਮਲੇ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਮਾਹੌਲ ਤਾਂ ਤਿਆਰ ਕਰੋ। ਇੱਕ ਕਿਸਾਨ ਨੇ ਵੇਖੋ ਪ੍ਰਾਈਮ ਮਿਨਿਸਟਰ ਨੇ ਪਹਿਲੀ ਵਾਰ ਬੋਲਿਆ, ਠੀਕ ਹੈ ਤੁਹਾਡੀ ਗੱਲ ਇਹ,
ਪਰ ਇਹਦਾ ਮਤਲਬ ਇਹ ਹੈ ਗੱਲ ਉੱਥੇ ਕਿ ਜੇ ਖੜੀ ਹੈ, ਬ੍ਰੇਕ ਹੋਈ ਹੈ, ਜੋ ਕਹਿਣਾ ਸਰਬ ਪਾਰਟੀ ਮੀਟਿੰਗ 'ਚ ਕਹਿਣਾ ਇਹ ਵੱਡੀ ਗੱਲ ਹੈ। ਚਲੋ ਠੀਕ ਆ, ਆਪਾਂ ਮੰਨ ਲਈਏ, ਪਰ ਗੱਲ ਲਈ ਜਿਹੜਾ ਮਾਹੌਲ ਹੈ ਉਹ ਅਜੇ ਤਿਆਰ ਨਹੀਂ ਹੋਇਆ। ਨਾਲ ਬੀਜੇਪੀ ਵੱਲੋਂ ਜਿਹੜਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਅਟੈਕ ਕਰਵਾਏ ਸਿੰਘੂ ਬਾਰਡਰ ਤੇ ਜਾਂ ਹੋਰ ਇੱਥੇ ਹੋਰ ਥਾਵਾਂ ਉੱਤੇ ਜਿਹੜਾ ਉਹਨਾਂ ਨੂੰ ਬਦਨਾਮ ਕਰਨ ਦੀਆਂ ਗੱਲਾਂ ਬਾਤਾਂ, ਜਾਂ ਜਿਸ ਤਰੀਕੇ ਨਾਲ ਖਾਲਿਸਤਾਨ ਦਾ ਕੋਈ ਝੰਡਾ ਨਹੀਂ ਸੀ, ਖਾਲਿਸਤਾਨ ਦਾ ਝੰਡਾ ਕਹਿੰਦੇ ਜੀ ਉੱਥੇ ਫਲੈਗ ਉੱਥੇ ਫਲਾਇਆ ਗਿਆ, ਅਨਫਰਲ ਕੀਤਾ ਗਿਆ। ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਇਹ ਥੋੜੀਆਂ ਜਿਹੀਆਂ ਤੁਹਾਨੂੰ ਫਿਰ ਉਹ ਸਾਰੇ ਜਿਹੜੀ ਗੱਲਬਾਤ ਕਰਨ ਦੇ ਵਿੱਚ ਅੜਿੱਕਾ ਲਾਉਂਦੀਆਂ, ਕਿਉਂਕਿ 26 ਜਨਵਰੀ ਨੂੰ ਲੈਵਲ ਉੱਤੇ, ਕਿਉਂਕਿ 2014 ਤੋਂ ਲਗਾਤਾਰ ਉੱਥੇ ਇਹ ਪ੍ਰੋਗਰਾਮ ਮਨਾਇਆ ਜਾਂਦਾ ਤੇ ਝੰਡੇ ਉੱਥੇ ਹਰ ਵਾਰੀ ਅਕਾਲੀ ਦਲ ਉੱਥੋਂ ਦਾ ਲੋਕਲ ਜਿਹੜਾ ਦਿੱਲੀ ਗੁਰਦੁਆਰਾ ਕਮੇਟੀ ਹੈ ਉਹ ਬਾਬਾ ਬਘੇਲ ਸਿੰਘ ਦਾ ਉੱਥੇ ਦਿਨ ਮਨਾਉਂਦੀ ਹੈ, ਉਹਦੀ ਵਰਸੀ ਮਨਾਉਂਦੀ ਹੈ ਸਾਰਾ, ਜਿਸ ਦਿਨ ਉਹਨੇ ਕਿਲੇ ਤੇ ਕਬਜ਼ਾ ਕੀਤਾ ਸੀਗਾ, ਲਾਲ ਕਿਲੇ ਤੇ ਇਹ ਹੋ ਰਿਹਾ ਲਗਾਤਾਰ। ਤੇ ਇਹਨੂੰ ਤੁਸੀਂ ਹੁਣ ਇੱਕ ਇੰਡੀਅਨ ਸਟੇਟ ਦੇ ਹੈੱਡ ਵੱਲੋਂ, ਰਿਪਬਲਿਕ ਦਾ ਹੈੱਡ ਹੈ ਜਿਹੜਾ ਸੀ ਇੰਡੀਅਨ ਰਿਪਬਲਿਕ ਦਾ, ਉਹਦੇ ਵੱਲੋਂ ਰਾਸ਼ਟਰਪਤੀ ਵੱਲੋਂ ਕਹਿਣਾ ਵੀ ਉੱਥੇ ਜੀ ਬੇਹਰਮਤੀ ਹੋਈ ਹੈ ਨੈਸ਼ਨਲ ਫਲੈਗ ਦੀ, ਜਿਹੜਾ ਕਿ ਕੁਝ ਨਹੀਂ ਹੋਇਆ। ਫਿਰ ਪ੍ਰਾਈਮ ਮਿਨਿਸਟਰ ਵੱਲੋਂ ਵੀ ਇਹ ਕਹਿਣਾ ਤੇ ਆਪਣੇ ਆਪ ਵਿੱਚ ਇਹ ਇਸ ਕਿਸਮ ਦੀ ਗੱਲ ਜਿਹੜੀ ਸਭ ਨੂੰ ਪਤਾ ਅੱਜ ਦੇ ਜੋ ਚੱਲ ਜਾਂਦਾ ਸੀ ਵੀ ਕੋਈ ਵੀ ਗੱਲ ਤੁਹਾਡੀ ਅੱਗੇ ਚੱਲ ਜਾਏਗੀ, ਇਹ ਆਪਣੇ ਆਪ 'ਚ ਮਾਹੌਲ ਵਾਲੀ ਗੱਲਬਾਤ ਹੈ, ਜਿਹਦੇ ਨਾਲ ਕਿ ਥੋੜਾ ਜਿਹਾ ਸਾਰਾ ਵਿਸ਼ੀਏਟ ਹੋਇਆ, ਮਾਹੌਲ ਵਿਗੜਿਆ ਜਿਹੜਾ ਗੱਲਬਾਤ ਦਾ ਸੀ। ਤੇ ਇਸ ਕਰਕੇ ਅਸੀਂ ਕਹਿ ਸਕਦੇ ਸਰਕਾਰ ਨੂੰ ਚਾਹੀਦਾ ਵੀ ਗੱਲਬਾਤ ਦਾ ਮਾਹੌਲ ਬਣਾਵੇ, ਖੁਦ ਬਣਾਵੇ, ਔਰ ਫੇਰ ਹੀ ਉਹਦੇ ਉੱਤੇ ਕੋਈ ਨਾ ਕੋਈ ਕਿਸੇ ਕਿਸਮ ਦੀ ਸੈਟਲਮੈਂਟ ਹੋ ਸਕਦੀ ਹੈ। ਸੈਟਲਮੈਂਟ ਵਿੱਚ ਵੀ ਹਜੇ ਬਹੁਤ ਟਿੱਕੇ ਹੈਗੇ ਆ, ਕਿਉਂਕਿ ਰੱਦ ਕਰਨ ਤੇ ਸਾਰੀਆਂ ਗੱਲਾਂ ਖੜੀਆਂ। ਚਲੋ ਮੰਨ ਲੈਂਦੇ ਵੀ ਰੱਦ ਕਰਨਾ ਇੱਕ ਵੱਡਾ ਸਲੋਗਨ ਹੈ ਤੇ ਉਦੋਂ ਥੱਲੇ ਕੋਈ ਗੱਲ ਹੋ ਸਕਦੀ ਹੈ, ਪਰ ਹਜੇ ਪੋਸੀਬਿਲਿਟੀ ਬਣਦੀ ਨਹੀਂ। ਤੇ ਹਜੇ ਤਾਂ ਸਾਰੀ ਕੋਸ਼ਿਸ਼ ਹੈਗੀ ਆ ਸਰਕਾਰ ਵੱਲੋਂ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਡਿਸਕ੍ਰੈਡਿਟ ਕੀਤਾ ਜਾਵੇ, ਕਿਸਾਨ ਯੂਨੀਅਨਾਂ ਨੂੰ ਇਹਨਾਂ ਨੂੰ ਵੱਖਰਾ ਕੀਤਾ ਜਾਵੇ, ਇਹਨਾਂ ਵਿਰੁੱਧ ਕੁਝ ਸਿੱਖ ਐਲੀਮੈਂਟ ਵੀ ਖੜਾ ਕੀਤਾ ਜਾਵੇ, ਜਿਹੜਾ ਵਿੱਚੋਂ ਕੁਝ ਸਿੱਖ ਐਲੀਮੈਂਟ ਵੀ ਹੈਗਾ ਇਸ ਕਿਸਮ ਦਾ ਗਰਮ ਖਿਆਲੀ। ਇਸ ਕਿਸਮ ਦੇ ਸਾਰੇ ਜਿਹੜੇ ਚੱਕਰ ਹੈ ਵੈਸੇ ਸਰਕਾਰਾਂ ਚਲਾਉਂਦੀਆਂ ਹੁੰਦੀਆਂ, ਪਰ ਜਿਸ ਵੇਲੇ ਇਹਨਾਂ ਕੀਤਾ ਜਦੋਂ ਕਿ ਅਖਲਾਕੀ ਤੇ ਨੈਤਿਕ ਲੈਵਲ ਦੀ ਬੁਲੰਦੀ ਕਿਸਾਨ ਯੂਨੀਅਨ ਨੇ ਦਿਖਾਤੀ ਹੈ, ਕਿੰਨੀ ਪੀਸਫੁਲ ਰਹੀ, ਕਿੰਨੀ ਸਾਰਾ ਆਪਣੇ ਆਪ ਵਿੱਚ ਇਹਨੂੰ ਹੁੰਗਾਰਾ ਮਿਲਿਆ ਤਿੰਨੇ ਚਾਰੇ ਸਟੇਟਾਂ ਤੋਂ ਹੋ ਕੇ। ਤੇ ਇਹਦੇ ਬਾਵਜੂਦ ਇਹ ਸਾਰਾ ਕੁਝ ਕਰੋ ਜਦੋਂ ਦੁਨੀਆ ਇਹਦੀ ਵਿਟਨੈਸ ਹੈ, ਦੁਨੀਆ ਨੂੰ ਦੇ ਸਾਹਮਣੇ ਸਾਰਾ ਕੁਝ ਹੈ, ਫਿਰ ਇਹ ਕਰਨਾ ਇਹ ਬੜੀ ਇਹ ਇੱਕ ਕ੍ਰੈਡੀਬਿਲਿਟੀ ਦਾ ਜਾਂ ਇੱਕ ਜਿਹੜੀ ਮਾਨ ਮਰਿਆਦਾ ਦਾ ਸਵਾਲ ਹੈ ਇੰਡੀਅਨ ਸਟੇਟ ਦਾ ਵੀ। ਇਸ ਕਰਕੇ ਉਹਨਾਂ ਨੂੰ ਵੀ ਚਾਹੀਦਾ ਗੌਰਮੈਂਟ ਨੂੰ ਇਹੋ ਜਿਹਾ ਕੁਝ ਇਸ ਰਸਤੇ ਨਾ ਪਵੇ। ਇਹ ਬੜੇ ਟਰਾਈਡ ਟੈਸਟਡ ਜਿਹੜੇ ਟੂਲ ਹੈ ਉਹ ਵਰਤਦੇ ਆ, ਉਹ ਹੁਣ ਨਹੀਂ ਵਰਤੇ ਜਾ ਸਕਦੇ ਜਿਵੇਂ ਪਹਿਲਾਂ ਵਰਤੇ ਜਾਂਦੇ ਸੀ, ਪਰ ਉਹਨਾਂ ਨਾਲ ਇੱਕ ਵਾਰ ਤਾਂ ਕਾਮਯਾਬ ਹੋ ਗਏ ਇਹਦੇ ਵਿੱਚ ਫਰਕ ਪਾਉਣ 'ਚ। ਤੇ ਪਰ ਇਹ ਜ਼ਿਆਦਾ ਜੇ ਚੱਲੂਗੀ ਨਹੀਂ, ਉਦੋਂ ਜ਼ਿਆਦਾ ਸਟਰੈਂਥ ਮਿਲ ਗਈ ਹੁਣ ਸਾਰੇ ਮੋਰਚੇ ਨੂੰ, ਸਾਰੇ। ਜੀ ਬਿਲਕੁਲ ਜਿਹੜਾ ਹੈਗਾ ਜੀ ਜਸਪਾਲ ਜੀ, ਜਿਹੜਾ ਹੈਗਾ ਜਦੋਂ ਆਪਾਂ ਗੱਲ ਕਰਦੇ ਹਾਂ ਹੰਗਾਰੇ ਦੀ ਕਿ ਉਸ ਤੋਂ ਜ਼ਿਆਦਾ ਹੰਗਾਰਾ ਮਿਲਿਆ ਜਿਸ ਤਰੀਕੇ ਨਾਲ ਸਰਕਾਰ ਦਾ ਵਤੀਰਾ, ਮੈਂ ਇਸ ਮੁੱਦੇ ਤੇ ਵਾਪਸ ਆਵਾਂਗਾ, ਤੁਹਾਡੇ ਵੱਲ ਸਵਾਲ ਲੈਣੇ ਆਪਾਂ। ਡਾਕਟਰ ਸੰਧੂ, ਜਿੱਦਾਂ ਜਸਪਾਲ ਸਿੱਧੂ ਉਹਨਾਂ ਨੇ ਕਿਹਾ, ਇੱਕ ਸਵਾਲ ਵੀ ਉੱਠਿਆ ਕਿ ਇੱਕ ਪਾਸੇ ਪ੍ਰਾਈਮ ਮਿਨਿਸਟਰ ਦੀ ਗੱਲ ਕਰਦੇ ਆ ਜਾਂ ਦੂਜੀਆਂ ਤਰ੍ਹਾਂ ਦੀ ਗੱਲ ਕਰਦੇ ਆ ਕਿ ਗੱਲਬਾਤ ਦੀ ਪੇਸ਼ਕਸ਼ ਦਾ ਜਿਹੜਾ ਇੱਕ ਥੋੜਾ ਜਿਹਾ ਇੰਡੀਕੇਸ਼ਨ ਹੰਗਾਰਾ ਆਇਆ ਹੈ, ਪਰ ਜਿਸ ਤਰੀਕੇ ਦਾ ਮਾਹੌਲ ਹੈ ਜਿੱਦਾਂ ਜਸਪਾਲ ਸਿੱਧੂ ਉਹਨਾਂ ਨੇ ਕਿਹਾ ਹੈ ਕਿ ਪੈਰਾਂ ਹੇਠਾਂ ਕਿੱਲ ਠੋਕ ਕੇ ਗੱਲਬਾਤ ਨਹੀਂ ਹੋ ਸਕਦੀ। ਹਾਂਜੀ, ਦੇਖੋ ਪ੍ਰਾਈਮ ਮਿਨਿਸਟਰ ਦਾ ਬਜਟ ਤੋਂ ਪਹਿਲਾਂ ਇਹੋ ਜਿਹੇ ਬਿਆਨ ਦੇਣੇ, ਸਰਬ ਪਾਰਟੀ ਇੱਕ ਵਫਦ ਬੁਲਾਉਣਾ, ਉਹਦੇ ਵਿੱਚ ਕਹਿਣਾ ਕਿ ਦਰਵਾਜ਼ੇ ਹਮੇਸ਼ਾ ਖੁੱਲੇ ਹੈ, ਸਰਕਾਰ ਅੱਜ ਵੀ ਗੱਲਬਾਤ ਨੂੰ ਤਿਆਰ ਹੈ, ਇਹ ਏਦੋ ਵੱਡਾ ਡਰਾਮਾ ਕੋਈ ਨਹੀਂ ਕਰ ਸਕਦਾਗਾ। ਔਰ ਇਹ ਡਰਾਮੇਬਾਜ਼ ਸਿਰੇ ਦਾ, ਉਹਨੂੰ ਪਤਾ ਸੀਗਾ ਵੀ ਇਹਦਾ ਇਫੈਕਟ ਜਿਹੜਾ ਹੋਊਗਾ, ਜੇ ਕਿਸਾਨ ਨਹੀਂ ਮੰਨਦੇ ਤਾਂ ਕਿਸਾਨਾਂ ਦੇ ਉਲਟ ਆਪੋਜੀਸ਼ਨ ਪਾਰਟੀਆਂ ਦੇ ਵਿੱਚ ਵੀ ਜਾਊਗਾ ਕਿ ਪ੍ਰਧਾਨ ਮੰਤਰੀ ਦਾ ਤਿਆਰ ਹੈ, ਇਹ ਨਹੀਂ ਆਉਂਦੇ। ਉਹ ਉਹਨਾਂ ਨੇ ਕਾਊਂਟਰ ਕਰਤਾ ਇਹ ਕਹਿ ਕੇ ਵੀ ਅਸੀਂ ਤਾਂ ਹਰ ਵਕਤ ਕਿਸੇ ਸੱਦੇ ਨੂੰ ਤਿਆਰ ਹੈ, ਪਰ ਕਾਨੂੰਨ ਵਾਪਸ ਹੋਣੇ ਚਾਹੀਦੇ ਹੈ ਔਰ ਮਾਹੌਲ ਉਹਦੇ ਵਾਸਤੇ ਸੁਖਾਵਾਂ ਹੋਵੇ, ਮਾਹੌਲ ਜਿਹੜਾ ਹੈਗਾ ਮਾਹੌਲ ਗੱਲਬਾਤ ਵਾਸਤੇ ਢੁਕਵਾਂ ਹੋਵੇ।
ਫਿਰ ਉਹ ਕਿਤੇ ਵੀ ਜਾਣ ਨੂੰ ਤਿਆਰ ਆ। ਕਿਸਾਨਾਂ ਨੇ ਤਾਂ ਕਦੇ ਨਾ ਕੀਤੀ ਨਹੀਂ, ਹਮੇਸ਼ਾ ਗਏ ਆ। ਜੀ ਲਾਰੇ ਇਹਨਾਂ ਨੇ ਲਾਏ ਆ ਸ਼ੁਰੂ ਤੋਂ। 11 ਮੀਟਿੰਗਾਂ ਤੋਂ ਬਾਅਦ ਵੀ ਗੱਲ ਉੱਥੇ ਦੀ ਉੱਥੇ ਹੀ ਕਿ ਸੰਸ਼ੋਧਨ ਕਰਾ ਲਓ, ਵਾਪਸ ਨਹੀਂ ਕਰਨੇ। ਪ੍ਰਧਾਨ ਮੰਤਰੀ ਮੁਲਕ ਦਾ ਹੋਵੇ ਔਰ ਉਹ ਲੰਮੀਆਂ ਕਈ ਘੰਟਿਆਂ ਦੀਆਂ ਸਪੀਚਾਂ ਸਿਆਸੀ ਜਾ ਕੇ ਦੂਰ ਦਰਾਡੇ ਸਟੇਟਾਂ ਦੇ ਵਿੱਚ ਦਿੰਦਾ ਫਿਰਦਾ ਹੈ। ਔਰ ਇੰਨੇ ਮਰ ਗਏ ਕਿਸਾਨ ਉੱਥੇ ਵਿਚਾਰੇ ਠੰਡ ਦੇ ਵਿੱਚ ਬੱਚੇ, ਤੇ ਉਹਨਾਂ ਬਾਰੇ ਕਦੇ ਇੱਕ ਵੀ ਬਿਆਨ ਨਹੀਂ ਆਇਆ। ਬਜਟ ਤੋਂ ਪਹਿਲਾਂ ਇਹ ਬਿਆਨ ਦੇਣਾ ਕਿ ਬਜਟ 'ਚ ਰੌਲਾ ਨਾ ਪਵੇ ਤੇ ਇਹ ਵਿਖਾਇਆ ਜਾਵੇ ਆਪੋਜੀਸ਼ਨ ਨੂੰ ਤੇ ਦੇਸ਼ ਨੂੰ ਕਿ ਲੋ ਜੀ ਪ੍ਰਧਾਨ ਮੰਤਰੀ ਨੇ ਤਾਂ ਕਹਿਤਾ। ਹੁਣ ਪ੍ਰਧਾਨ ਮੰਤਰੀ ਦਾ ਸਾਰਾ ਕੁਝ ਮੰਨਣ ਨੂੰ ਤਿਆਰ। ਅੱਜ ਦਾ ਬਜਟ ਹੀ ਵੇਖ ਲਓ ਤੁਸੀਂ, ਬਜਟ ਦੇ ਵਿੱਚ ਕੀ ਐਲੋਕੇਸ਼ਨ ਹੈ। ਦੂਜੀ ਗੱਲ ਮੈਂ ਜਿਹੜੀ ਕਹਿਣੀ ਚਾਹਣਾ, ਇੱਕ ਪਾਸੇ ਤਾਂ ਕਹਿੰਦੇ ਗੱਲਬਾਤ ਕਰ ਲਓ, ਦੂਜੇ ਪਾਸੇ ਪਰਮਾਨੈਂਟ ਬੇਸ ਤੌਰ ਤੇ ਇੰਨਾ ਪੈਸਾ ਖਰਚ ਕੇ ਕੰਧਾਂ ਕੱਢੀਆਂ ਜਾ ਰਹੀਆਂ, ਕਿੱਲਾਂ ਕੰਕਰੀਟ 'ਚ ਠੋਕੀਆਂ ਜਾ ਰਹੀਆਂ। ਉਹ ਉਹਨੂੰ ਵਾਕਈ ਇੱਕ ਜਿਵੇਂ ਬਾਰਡਰ ਹੁੰਦਾ ਨਾ, ਕ੍ਰਾਸ ਕੰਟਰੀ ਬਾਰਡਰ, ਉਸ ਢੰਗ ਨਾਲ ਬਣਾਇਆ ਜਾ ਰਿਹਾ। ਤੇ ਇਹ ਕੋਈ ਇਜ਼ਰਾਈਲ ਤੇ ਪੈਲਸਟਾਈਨ ਦੀ ਸਟੇਟ ਕ੍ਰੀਏਟ ਕਰਨੀ ਹੈ। ਤੁਹਾਡੇ ਕਿਸਾਨ ਨੇ, ਤੁਹਾਡੇ ਅੰਨਦਾਤਾ ਰੋਟੀਆਂ ਤੁਹਾਨੂੰ ਖਵਾਉਂਦੇ ਆ, ਤੇ ਇਹਦੇ 'ਚ ਗੱਲਬਾਤ ਕਰਨ ਵਾਲੀ ਗੱਲ ਕੋਈ ਬਚੀ ਹੀ ਨਹੀਂ ਗੀ। ਸਗੋਂ ਤੁਸੀਂ ਯੂਨੀਲੈਟਰਲੀ ਅਨਾਉਂਸ ਕਰੋ ਕਿ ਅਸੀਂ ਪੋਸਟਪੋਨ ਨਹੀਂ ਕਰਨਾ, ਅਸੀਂ ਇਹ ਰੱਦ ਕਰਤੇ ਔਰ ਉਹਦਾ ਪ੍ਰਕਿਰਿਆ ਸ਼ੁਰੂ ਕਰਦੇ ਆ। ਦਵਾਉਂਗੀ ਤਾਂ ਇਹਨਾਂ ਨਾਲ ਸਲਾਹ ਕਰਕੇ ਬਣਾਵਾਂਗੇ। ਜੀ ਥੈਂਕ ਯੂ ਡਾਕਟਰ ਸੰਧੂ। ਬੇਈਮਾਨੀ ਹੈ, ਬੇਈਮਾਨੀ। ਸਰ ਤੁਹਾਡਾ ਵਿਊ ਪੁਆਇੰਟ ਆਏਗਾ। ਦੀਪਾ ਜੀ, ਜਿਸ ਤਰ੍ਹਾਂ ਤੁਸੀਂ ਡਾਕਟਰ ਸੰਧੂ ਨੂੰ ਵੀ ਸੁਣਿਆ ਹੈ, ਜਸਪਾਲ ਸਿੱਧੂ ਉਹਨਾਂ ਨੇ ਵੀ ਕਿਹਾ ਕਿ ਜੋ ਇਸ ਵੇਲੇ ਪ੍ਰਸਥਿਤੀਆਂ ਬਣੀਆਂ, ਪ੍ਰਧਾਨ ਮੰਤਰੀ ਨੇ ਕਿਹਾ ਜ਼ਰੂਰ ਹੈ, ਪਰ ਜੋ ਇਸ ਵੇਲੇ ਨੈਸ਼ਨਲ ਕੈਪੀਟਲ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਕਿ ਉਹ ਮਾਹੌਲ ਨੂੰ ਸਾਜ਼ਗਾਰ ਬਣਾਉਣ ਦੀ ਜ਼ਰੂਰਤ ਨਹੀਂ। ਗੱਲਬਾਤ ਤਾਂ ਹੀ ਹੋ ਸਕਦੀ ਹੈ ਨਾ ਜੇ ਲੋਕਾਂ ਦੇ ਹੱਥਾਂ 'ਚ ਇੱਟਾਂ ਵੱਟੇ ਨਹੀਂ ਫੜੇ ਹੋਣਗੇ ਤੇ ਡਾਂਗਾ ਨਹੀਂ ਚੁੱਕੀਆਂ ਹੋਣਗੀਆਂ। ਹਾਂ ਜਗਤਾਰ ਜੀ, ਸਭ ਤੋਂ ਪਹਿਲਾਂ ਤਾਂ ਮੈਂ, ਕਿਉਂਕਿ ਕੱਲ ਹੀ ਜਿਹੜਾ ਨੌਜਵਾਨ ਸ਼ਹੀਦ ਫੂਲ ਸਿੰਘ ਆਸ਼ੂ ਟਿਕਰੀ ਬਾਰਡਰ ਤੇ, ਜਿੰਦਾ 1 ਘੰਟਾ ਪਹਿਲਾਂ ਸੁਨਾਮ ਹਲਕੇ ਦੇ ਪਿੰਡ ਵੀਰ ਕਲਾਂ ਵਿਖੇ ਉਹਦਾ ਸੰਸਕਾਰ ਹੋਇਆ ਹੈ, ਕ੍ਰਿਮੇਸ਼ਨ ਹੋਈ ਹੈ, ਉਹਨੂੰ ਮਨੋਂ ਦੇ ਆਪਣੇ ਵੱਡੇ ਸ਼ਰਧਾ ਦੇ ਫੁੱਲ ਭੇਟ ਕਰਦੇ ਆ, ਕਿਉਂਕਿ ਉਹ ਨੌਜਵਾਨ ਪਿਛਲੇ 2 ਪਹਿਲੇ ਦਿਨ ਤੋਂ ਲਗਾ ਹੋਇਆ ਸੀ ਬਾਰਡਰ ਤੇ, ਅਚਾਨਕ ਉੱਥੇ ਮੌਤ ਹੋਈ ਹੈ। ਜੀ ਦੀਪਾ ਜੀ, ਸਾਰਿਆਂ ਲਈ ਬਹੁਤ ਦੁਖਦਾਈ ਹੈ, ਸਾਰਿਆਂ ਲਈ ਬਹੁਤ ਦੁਖਦਾਈ ਹੈ, ਸਭ ਲਈ ਹੈ ਜੀ। ਵਾਕਈ ਨਹੀਂ ਹੋਰ ਕਿੰਨੀਆਂ ਔਰ ਸਾਡੀਆਂ ਹੱਥ ਰਹਿਣੀ ਹੈ। ਜਿੱਥੋਂ ਤੱਕ ਗੱਲਬਾਤ ਦੀ ਪ੍ਰਾਈਮ ਮਿਨਿਸਟਰ ਨੇ ਗੱਲ ਕੀਤੀ ਹੈ, ਆਲ ਪਾਰਟੀ ਮੀਟਿੰਗ ਦੇ ਵਿੱਚ ਪ੍ਰਾਈਮ ਮਿਨਿਸਟਰ ਹੋਰ ਕਹਿ ਵੀ ਕੀ ਸਕਦੇ ਸੀ। ਵਿਰੋਧੀ ਧਿਰਾਂ ਨੇ ਗੱਲ ਜ਼ਰੂਰ ਚੱਕਣੀ ਸੀ, ਬੜਾ ਭਖਦਾ ਮੁੱਦਾ ਕਿਸਾਨਾਂ ਦਾ, ਜਿੱਥੋਂ ਉਹਨਾਂ ਨੇ ਚੱਕਿਆ ਤਾਂ ਬਿਲਕੁਲ ਗੱਲ ਹੀ ਕਹਿਣਗੇ ਕਿ ਸਾਡੇ ਦਰਵਾਜ਼ੇ ਖੁੱਲ੍ਹੇ ਹੈ, ਅਸੀਂ ਅੱਜ ਵੀ ਗੱਲ ਕਰਨ ਨੂੰ ਤਿਆਰ ਹੈ। ਪਰ ਗੱਲਾਂ ਤਾਂ ਪਹਿਲਾਂ ਵੀ 12 ਦੌਰ ਦੀਆਂ ਹੋ ਚੁੱਕੀਆਂ, ਕੀ ਉਹਨਾਂ 'ਚ ਨਿਕਲਿਆ? ਜੇ ਕੋਈ ਰੱਦ ਵਾਲੇ ਪਾਸੇ ਤੁਰਦੇ ਹੁਣ, ਐਸਾ ਕੁਝ ਨਹੀਂ ਲੱਗ ਰਿਹਾ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਤੋਂ ਕਿ ਉਹਨਾਂ ਨੇ ਕੋਈ ਐਸੇ ਪਾਸੇ ਉਹਨਾਂ ਦਾ ਵੀ ਮਨ ਹੈ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਅਸੀਂ ਉਹਨਾਂ ਨੂੰ ਮੰਨਾਂਗੇ। ਉਹ ਠੀਕ ਹੈ, ਦੌਰ ਚੱਲੇ। ਵਾਕਿਆ ਹੀ ਇਹਨਾਂ ਹਾਲਾਤਾਂ ਦਾ ਗੱਲਬਾਤ ਕਰਨਾ ਬਿਲਕੁਲ ਮੁਮਕਿਨ ਹੀ, ਬਿਲਕੁਲ ਠੀਕ। ਇੱਕ ਪਾਸੇ ਤੁਸੀਂ ਆਪਣੇ ਪਾਰਟੀ ਦੇ ਗੁੰਡੇ ਭੇਜਦੇ ਹੋ ਕਿਸਾਨਾਂ ਨੂੰ, ਜੋ ਪੀਸਮਈ ਸ਼ਾਂਤਮਈ ਢੰਗ ਨਾਲ ਉੱਥੇ ਕਰਦੇ, ਉਹਨਾਂ ਨੂੰ ਖਰੀਦਣ ਲਈ। ਉਹਨਾਂ ਦੇ ਪਤਾ ਨਹੀਂ ਅੱਜ ਕਿੰਨੇ ਹੀ ਸਾਡੇ ਪੰਜਾਬ ਦੇ ਸਾਡੇ ਨੌਜਵਾਨ ਲਾਪਤਾ, 12 ਨੌਜਵਾਨ ਤਾਂ ਮੋਗੇ ਦੇ ਹੀ ਲਾਪਤਾ ਹੋਏ ਆ, ਉਹਨਾਂ ਦਾ ਕੁਝ ਨਹੀਂ ਪਤਾ ਚੱਲ ਰਿਹਾ। ਔਰ ਦਿੱਲੀ ਪੁਲਿਸ ਉਹਨਾਂ ਬਾਰੇ ਕੁਝ ਦੱਸ ਨਹੀਂ ਰਹੀ ਅੱਜ ਤੱਕ। ਸਾਨੂੰ ਉਹਨਾਂ ਦਾ ਫਿਕਰ ਆਪਣੇ ਨੌਜਵਾਨਾਂ ਦਾ ਜਿਹੜੇ ਦੇ ਵਿੱਚ ਉਹ ਪਹਿਲਾਂ ਆਉਣ। ਕਿੰਨੇ ਨਜਾਇਜ਼ ਦਰਜ ਕੀਤੇ ਆ ਸਾਰੇ ਲੀਡਰਾਂ ਤੋਂ ਛੱਡੋ, ਅਣਪਛਾਤੇ ਲੋਕਾਂ 'ਚ ਤਾਂ ਹਜ਼ਾਰਾਂ ਦੇ ਘਰ ਕਿੰਨੀ ਪਕੜ ਧਕੜ ਹੋ ਰਹੀ ਹੈ। ਔਰ ਪੰਜਾਬ ਦੇ ਵਿੱਚ ਛਾਪੇ ਮਾਰਨ ਨੂੰ ਤਿਆਰ ਬੈਠੇ। ਹਾਲਾਤਾਂ ਦੇ ਵਿੱਚ ਗੱਲਬਾਤ ਕਰਨ ਦੀ ਮੈਂ ਨਹੀਂ ਸਮਝਦਾ ਕੋਈ ਵਿਉਂਤ ਬਣ ਸਕਦੀ ਹੈ। ਔਰ ਪ੍ਰਾਈਮ ਮਿਨਿਸਟਰ ਦਾ ਇਹ ਕਹਿਣਾ ਗੱਲ ਲਈ ਤਿਆਰ ਆ, ਕੋਈ ਤਾਂ ਉਹਨਾਂ ਦੀ ਇੱਕ ਫਾਰਮੈਲਿਟੀ ਸੀ ਕਿ ਉਹਨਾਂ ਨੇ ਕਰਨੀ ਸੀ, ਕਰਨੀ ਬਣਦੀ ਹੈ, ਪਰ ਉਹਦੇ 'ਚ ਕੋਈ ਗੱਲ ਨਹੀਂ, ਉਹਦੇ 'ਚ ਕੋਈ ਮੁੱਦੇ ਦਾ ਹੱਲ ਹੋਵੇ। ਜੀ ਮੈਂ ਜਸਪਾਲ ਜੀ, ਤੁਹਾਡੇ ਵਾਲੇ ਸਵਾਲ ਤੇ ਆਉਣ ਤੋਂ ਪਹਿਲਾਂ ਸਾਡੇ ਨਾਲ ਟਿਕਰੀ ਬਾਰਡਰ ਤੋਂ ਕਿਸਾਨ ਨੇਤਾ ਬਲਦੇਵ ਭਾਈ ਰੂਪਾ ਜੁੜ ਚੁੱਕੇ ਆ। ਬਲਦੇਵ ਜੀ, ਮੇਰੀ ਆਵਾਜ਼ ਆ ਰਹੀ ਹੈ? ਜੀ ਆ ਰਹੀ ਹੈ ਜੀ। ਬਲਦੇਵ ਜੀ, ਜਿਸ ਮੁੱਦੇ ਤੇ ਅਸੀਂ ਚਰਚਾ ਕਰ ਰਹੇ ਹਾਂ, ਪ੍ਰਧਾਨ ਮੰਤਰੀ ਨੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ, ਪਰ ਜਿਹੋ ਜਿਹਾ ਟਿਕਰੀ ਬਾਰਡਰ, ਸਿੰਘੂ ਬਾਰਡਰ ਜਾਂ ਗਾਜ਼ੀਪੁਰ ਬਾਰਡਰ ਦੀ ਗੱਲ ਕਰ ਲਈਏ, ਜੋ ਮਾਹੌਲ ਨੇ ਉਸ ਵੇਲੇ ਬਣਾਇਆ ਹੈ
ਉਸ ਮਾਹੌਲ ਨੂੰ ਕਿਵੇਂ ਦੇਖਦੇ ਹੋ? ਕੀ ਕਿਸਾਨਾਂ ਦੇ ਹੌਸਲੇ ਡੇਗਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਬਲਦੇਵ ਜੀ? ਬਿਲਕੁਲ ਜੀ, ਬਿਲਕੁਲ। ਦੇਖੋ, ਦਿੱਲੀ ਨੂੰ ਐ ਬਣਾਤਾ ਵੀ ਜਿਵੇਂ ਕਿਸੇ ਬਾਹਰਲੇ ਦੇਸ਼ ਤੋਂ ਹਮਲਾ ਹੋਣਾ ਹੁੰਦਾ। ਸਾਡੇ ਨਾਲ ਟਿੱਕਰੀ ਬਾਰਡਰ ਤੇ ਬਹੁਤ ਵੱਡੇ ਪੱਥਰ, ਉਹਨਾਂ ਦੇ ਵਿੱਚ ਮਿੱਟੀ ਭਰ ਕੇ ਉੱਤੇ ਬਜਰੀ ਪਾਤੀ, ਸੜਕ ਦੇ ਉੱਤੇ ਕਿੱਲ ਲਾਏ ਜਾ ਰਹੇ ਨੇ, ਸੜਕਾਂ ਦੇ ਉੱਤੇ ਕੰਧਾਂ ਕੱਢੀਆਂ ਜਾ ਰਹੀਆਂ ਨੇ। ਤੇ ਤੁਹਾਨੂੰ ਦੇਖਿਆ ਹੀ ਆ ਤੁਸੀਂ ਪਿਛਲੇ 2-3 ਦਿਨਾਂ 'ਚ 26 ਤੋਂ ਬਾਅਦ ਇਹਨਾਂ ਦੇ ਗੁੰਡਿਆਂ ਵੱਲੋਂ ਤੇ ਸਾਡੇ ਸਟੇਜਾਂ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਤੇ ਕਿਸਾਨਾਂ ਨੂੰ ਮਤਲਬ ਡਰਾਉਣ ਦੀ, ਧਮਕਾਉਣ ਦੀ ਵਾਸਤੇ ਜਿਹੜੀ ਇੱਕ ਪਾਸੇ ਜੇ ਗੱਲ ਵਾਲਾ ਮਾਹੌਲ ਆ, ਗੱਲ ਵਾਲਾ ਮਾਹੌਲ ਤਾਂ ਸਿਰਜਣ ਜੀ, ਗੱਲ ਵਾਲਾ ਮਾਹੌਲ ਤਾਂ ਮੁੰਡੇ ਸਾਡੇ 16 ਸਾਲਾਂ ਦੇ ਫੜ ਕੇ ਜਿਹੜੇ ਜਿੱਥੋਂ ਉਹਨਾਂ ਨੇ ਰੂਟ ਦਿੱਤਾ ਸੀਗਾ, ਉਸ ਰੂਟ ਤੋਂ ਫੜ ਕੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਤਾ। ਇਹ ਗੱਲਬਾਤ ਵਾਲਾ ਕੀ ਮਾਹੌਲ ਹੈ ਜੀ? ਇਹ ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਗੱਲਬਾਤ ਵਾਲਾ ਮਾਹੌਲ ਆ। ਜੇ ਗੱਲਬਾਤ ਵਾਲਾ ਮਾਹੌਲ ਹੋਵੇ ਤਾਂ ਗੱਲਬਾਤ ਵਾਲਾ ਜਿਹੜਾ ਪਹਿਲਾਂ ਹੋਵੇ, ਉਹਨੂੰ ਮਾਹੌਲ ਨੂੰ ਸੈੱਟ ਕਰੋ ਪਹਿਲਾਂ। ਕੋਈ ਕਿਸਾਨ ਆ, ਅੰਨਦਾਤਾ ਆਇਆ, ਕੋਈ ਖਾਲੀ ਹੱਥ ਹੈਗੇ ਆ, ਕੋਈ ਸਾਡੇ ਕੋਲ ਹਥਿਆਰ ਨਹੀਂ, ਕੋਈ ਲੈਣ ਨਹੀਂ, ਦੇਣ ਨਹੀਂ, ਤੇ ਸਾਨੂੰ ਐ ਜਿਵੇਂ ਕਿਸੇ ਹੋਰ ਦੇਸ਼ ਦੇ ਵਾਸੀ ਹੁੰਦੀਆਂ, ਇਸ ਤਰ੍ਹਾਂ ਸਾਨੂੰ ਜਿਹੜਾ ਹੈਗਾ ਦੇਖਿਆ ਜਾ ਰਿਹਾ ਜੀ। ਬਲਦੇਵ ਜੀ, ਇੱਕ ਸਵਾਲ ਮੈਂ ਲੈਣਾ ਚਾਹੁੰਦਾ ਹੈ ਕਿ 26 ਜਨਵਰੀ ਤੋਂ ਬਾਅਦ ਲਗਾਤਾਰ ਜਿਹੜੇ ਪਿਛਲੇ, ਜਿੱਦਾਂ ਤੁਸੀਂ ਕਹਿ ਰਹੇ ਹੋ, 3-4 ਦਿਨ ਨਿਕਲਿਆ, ਕਿਸਾਨਾਂ ਦੇ ਬਾਰੇ 'ਚ ਕੋਸ਼ਿਸ਼ ਰਹੀ ਹੈ ਸਰਕਾਰ ਦੀ ਕਿ ਇਹਨਾਂ ਨੂੰ ਖਦੇੜਿਆ ਜਾਵੇ। ਕੀ ਲੱਗਦਾ ਹੈ ਕਿ ਤੁਸੀਂ ਉਸ ਬਾਰਡਰ ਤੇ ਬੈਠੇ ਹੋ, ਕਿਸਾਨਾਂ ਦੇ ਹੌਸਲੇ ਬੁਲੰਦ ਹੈ, ਪੰਜਾਬ, ਹਰਿਆਣਾ, ਯੂਪੀ ਤੋਂ ਹੋਰ ਕਿਸਾਨ ਆ ਰਹੇ ਹੈ, ਜਾਂ ਸਰਕਾਰ ਕਾਮਯਾਬ ਹੋ ਰਹੀ ਹੈ ਤੁਹਾਡੇ ਅੰਦੋਲਨ ਨੂੰ ਖਦੇੜਨ ਦੇ ਵਿੱਚ? ਕਿਵੇਂ ਲੱਗ ਰਿਹਾ ਤੁਸੀਂ ਉਸ ਬਾਰਡਰ ਤੇ ਬੈਠ ਕੇ ਗੱਲ ਕਰ ਰਹੇ ਹੋ? ਦੇਖੋ, ਇੱਕ ਗੱਲ ਬੜੀ ਕਲੀਅਰ ਕੱਟ ਆ ਜੀ ਕਿ ਸਾਡੇ ਹੌਸਲੇ, ਸਾਡੇ ਆਗੂਆਂ ਦੇ ਹੌਸਲੇ, ਸਾਡੇ ਵਰਕਰਾਂ ਦੇ ਹੌਸਲੇ, ਸਾਡੇ ਹਰਿਆਣਾ, ਪੰਜਾਬ, ਯੂਪੀ ਔਰ ਰਾਜਸਥਾਨ ਵਗੈਰਾ ਸਾਰੇ ਚੜ੍ਹਦੀ ਕਲਾ ਵਿੱਚ ਆ ਜੀ। ਦੇਖੋ, ਇੱਕੋ ਹੀ ਗੱਲ ਆ ਕਿ ਅਸੀਂ ਜਾਂ ਤਾਂ ਇਹ ਮਸਲਾ ਹੱਲ ਕਰਾ ਕੇ ਜਾਵਾਂਗੇ, ਨਹੀਂ ਤਾਂ ਫਿਰ ਅਸੀਂ ਸਾਡੀਆਂ ਇੱਥੋਂ ਲਾਸ਼ਾਂ ਜਾਣਗੀਆਂ, ਸਾਨੂੰ ਇਹ ਮਾਰ ਦੇਣ, ਤੋਪਾਂ ਚਲਾ ਦੇਣ, ਸਾਡੇ ਤੇ ਟੈਂਕ ਚੜਾ ਦੇਣ। ਜੋ ਸਰਕਾਰ ਨੇ ਕਰਨਾ ਉਹਨੇ ਕਰਨਾ ਆਪਣੇ ਤੌਰ ਤੇ। ਅਸੀਂ ਚੜ੍ਹਦੀ ਕਲਾ 'ਚ ਆ, ਕਦੇ ਵੀ ਅਸੀਂ ਡੋਲਦੇ ਨਹੀਂ। ਸਰਕਾਰ ਜਿਹੜੇ ਯਤਨ ਕਰਨੇ ਆ ਉਹ ਕਰ ਲਏ, ਜੋ ਵੀ ਉਹਨੇ ਕਰਨਾ ਕਰ ਲਏ। ਇੱਧਰੋਂ ਅਸੀਂ ਤਾਂ ਸ਼ਾਂਤਮਈ ਢੰਗ ਦੇ ਨਾਲ, ਪੀਸਫੁਲ ਢੰਗ ਦੇ ਨਾਲ ਉਹਨਾਂ ਦਾ ਜਵਾਬ ਦੇਵਾਂਗੇ। ਉਹਨਾਂ ਨੇ ਜੋ ਕਰਨਾ ਉਹ ਕਰਨ। ਇਸ ਕਰਕੇ ਸਾਨੂੰ ਅਸੀਂ ਡਰਨ ਵਾਲੇ ਨਹੀਂ। ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਆ, ਗੁਰੂ ਗੋਬਿੰਦ ਸਿੰਘ ਦੇ ਸਿੰਘ ਆ, ਬਾਬੇ ਗੁਰੂ ਨਾਨਕ ਦੇਵ ਦੇ ਜਿਹੜੇ ਅਸੀਂ ਉਪਾਸਕ, ਜਿਹੜੇ ਸ਼ਾਂਤੀ ਦੇ ਪੰਜ ਸਨ। ਇਸ ਕਰਕੇ ਇਹ ਸਰਕਾਰ ਮਤ ਸੋਚੇ ਕਿ ਇੱਥੋਂ ਕਿਸਾਨਾਂ ਨੂੰ ਡਰਾ ਧਮਕਾ ਕੇ ਤੇ ਇੱਥੋਂ ਮਤਲਬ ਖਦੇੜ ਦਿੱਤਾ ਜਾਵੇਗਾ। ਇਹ ਕਦੇ ਵੀ ਨਹੀਂ ਹੋਵੇਗਾ। ਗੱਲਬਾਤ ਵਾਲਾ, ਮੈਂ ਫੇਰ ਕਹਿਣਾ ਕਿ ਗੱਲਬਾਤ ਵਾਲਾ ਮਾਹੌਲ ਸਿਰਜਣਗੇ ਤਾਂ ਗੱਲਬਾਤ ਜ਼ਰੂਰ ਚੱਲੇਗੀ। ਸਾਡੇ ਵੱਲੋਂ ਕਦੇ ਵੀ ਗੱਲਬਾਤ ਦੇ ਵਿੱਚ ਬ੍ਰੇਕ ਨਹੀਂ ਪਾਈ ਗਈ ਜੀ। ਓਕੇ ਡਾਕਟਰ ਸੰਧੂ, ਮੈਂ ਤੁਹਾਡੇ ਵੱਲ ਆ ਰਿਹਾ। ਜਸਪਾਲ ਜੀ ਤੋਂ ਥੋੜੇ ਕਮੈਂਟਸ ਮੈਂ ਲੈ ਲਾਂ। ਜਸਪਾਲ ਜੀ, ਤੁਸੀਂ ਕਿਸਾਨ ਨੇਤਾ ਨੂੰ ਸੁਣਿਆ, ਬੜੀ ਸਾਫ਼ ਜਿਹੀ ਗੱਲ ਹੈ ਕਿ 250 ਦੇ ਕਰੀਬ ਜਿਹੜੇ ਹੈਗੇ ਹੈ ਕਿਸਾਨ ਸ਼ਹਾਦਤ ਦੇ ਚੁੱਕੇ, ਜਿਨ੍ਹਾਂ 'ਚ ਜਿੱਦਾਂ ਬਲਦੇਵ ਜੀ ਕਹਿ ਰਹੇ ਕਿ 16 ਸਾਲ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਦੇ ਬਜ਼ੁਰਗ ਵੀ ਸ਼ਾਮਲ ਹੈ। ਇਹੋ ਜਿਹੇ ਮਾਹੌਲ 'ਚ ਕੀ ਪੋਸੀਬਲ ਹੋ ਸਕਦਾ ਕਿ ਤਿੰਨੇ ਕਾਨੂੰਨ ਰੱਦ ਕਰਵਾਏ ਗਿਆ, ਕੋਈ ਸਮਝੌਤਾ ਕਿਸਾਨ ਆਗੂ ਕਰ ਸਕਦੇ ਹੈ? ਜਸਪਾਲ ਜੀ, ਤੁਸੀਂ ਬਹੁਤ ਲੰਬਾ ਸਮਾਂ ਲਹਿਰਾਂ ਨੂੰ ਕਵਰ ਵੀ ਕੀਤਾ, ਨਜ਼ਦੀਕ ਤੋਂ ਵੀ ਦੇਖਿਆ, ਜੋ ਸਰਕਾਰ ਚਾਹੁੰਦੀ ਹੈ ਸੰਭਾਵਨਾ ਲੱਗਦੀ ਹੈ ਕੋਈ? ਦੇਖੋ, ਚਾਹੀਦੀ ਹੈ ਵੀ ਇਹ ਜਿਹੜੀ ਮੋਦੀ ਰਜੀਮ ਆਇਆ, ਮੋਦੀ ਸਰਕਾਰ ਆਈ ਹੈ, ਇਹ ਪਹਿਲੀਆਂ ਡੈਮੋਕ੍ਰੈਟਿਕ ਸਰਕਾਰਾਂ ਨਾਲੋਂ ਵੱਖਰੀ ਹੈ। ਕਿਉਂ? ਇਸ ਦੀ ਤਾਂ ਜਿਹੜੀ ਆਪਣੇ ਆਪ 'ਚ ਜਿਹੜੀ ਮਜ਼ਬੂਤੀ ਸਮਝਦੇ ਹੋ ਇਹੀ ਹੈ ਵੀ ਅਸੀਂ ਹੱਥ ਤੇ ਖੜੇ ਰਹਿਣਾ, ਅਸੀਂ ਕੁਝ ਕਰਕੇ ਨਹੀਂ ਦੇਣਾ। ਅਸੀਂ ਜਿਹੜਾ ਸਾਰੀ ਡਿਕਟੇਟਰਸ਼ਿਪ ਵਾਲੀ ਜਿਹੜੀ ਇਹਨਾਂ ਦੇ ਵਿੱਚ ਸਪਿਰਿਟ ਹੈ, ਰੂਹ ਦਿਖਾਉਣੀ ਹੈ, ਜਿਹੜਾ ਪੇਸ਼ਕਾਰੀ ਹੈ, ਉਹ ਇਹੀ ਕਰਨੀ ਹੈ। ਇਸੇ ਕਰਕੇ ਇਹਨਾਂ ਨੇ ਨਾਲ ਦੀ ਨਾਲ ਜਿਹੜੀ ਕਾਨੂੰਨ ਦੀ ਗੱਲ ਵੀ ਹੈ, ਜਿਸ ਨਾਲ ਸਾਰਾ ਬਾਰਡਰਾਂ ਉੱਤੇ ਪੱਕੀ ਬਾਰਬੰਦੀ ਕਰ ਰਹੇ ਆ, ਸਾਰਾ ਕਰ ਰਹੇ। ਇੱਕ ਇਹ ਕਰ ਰਿਹਾ, ਨਾਲ ਦੀ ਨਾਲ ਇਹਨਾਂ ਨੇ ਹੋਰ ਵੀ ਬਹੁਤ ਕੁਝ ਕੀਤਾ ਹੋਇਆ। ਉਹ 26 ਜਨਵਰੀ ਇਹਨਾਂ ਨੇ ਜਾਲ ਵਿਛਾ ਕੇ ਤੇ ਕੁਝ ਵਿਚਾਰੇ ਅਣਜਾਣ ਸਿੱਖਾਂ ਨੂੰ ਤੇ ਹੋਰ ਸਾਰੇ ਭਾਵੁਕ ਕਰਕੇ ਨੌਜਵਾਨਾਂ ਨੂੰ ਲੈ ਗਏ, ਕੁਝ ਆਪਣੇ ਏਜੰਟਾਂ ਰਾਹੀਂ ਲੈ ਗਏ, ਪਹਿਲਾਂ ਵੀ ਉੱਥੇ ਲੈ ਗਏ ਆ। ਤੇ ਹੁਣ ਵੀ ਇਹਨਾਂ ਦੀ ਉਹ ਨਾਲ ਬਰਕਰਾਰ ਦੋ ਕੋਸ਼ਿਸ਼ਾਂ ਚੱਲ ਰਹੀਆਂ। ਇੱਕ ਕੋਸ਼ਿਸ਼ ਤਾਂ ਚੱਲ ਰਹੀ ਹੈ ਵੀ ਤੁਸੀਂ ਆਹ ਜਿਹੜਾ ਤੁਸੀਂ ਦੱਸ ਸਕਦੇ ਹੋ, ਪੱਥਰ ਲਾਤੇ, ਕੰਧਾਂ ਕੱਢਤੀਆਂ, ਕਿੱਲ ਲਾਤੇ,
ਦੂਸਰਾ ਨਾਲ ਦੀ ਨਾਲ ਇਹ ਵੀ ਕੋਸ਼ਿਸ਼ ਚੱਲ ਰਹੀ ਹੈ ਵੀ ਇਹਨਾਂ ਨੂੰ ਆਪਸ ਵਿੱਚ ਹੀ ਲੜਾਇਆ ਜਾਵੇ, ਬੜਾ ਜ਼ੋਰ ਸ਼ੋਰ ਨਾਲ ਲੜਾਉਣ ਦੀ ਕੋਸ਼ਿਸ਼ ਹੈ। ਤੇ ਕੁਝ ਇਸੇ ਕਰਕੇ ਆ ਵੀ ਰਹੇ ਆ। ਤੇ ਤੁਸੀਂ ਕਦੇ ਫੇਸਬੁੱਕ ਤੇ ਹੋਰ ਸਾਰਾ ਸੋਸ਼ਲ ਮੀਡੀਆ ਦੇਖੋ ਵੀ ਜਿਹੜੇ ਲੋਕ ਕਹੀ ਜਾਂਦੇ ਸਾਨੂੰ ਫਲਾਣੇ ਲੀਡਰ ਨੇ ਨਾਂ ਲੈ ਲੈ ਕੇ ਕਹਿ ਰਹੇ ਆ ਫਲਾਣੇ ਲੀਡਰ ਦਾ ਅਸੀਂ ਬਦਲਾ ਲਵਾਂਗੇ, ਉਹ ਸਾਡੇ ਵਿਰੁੱਧ ਇਹ ਕਹਿ ਰਿਹਾ। ਉਹ ਇਹ ਨਹੀਂ ਕਹਿ ਰਹੇ ਵੀ 26 ਜਨਵਰੀ ਨੂੰ ਅਸੀਂ ਇੱਕ ਜਾਲ 'ਚ ਫਸ ਗਏ ਸੀ। ਉਹ ਜਾਲ 'ਚ ਸਾਨੂੰ ਸਾਰਿਆਂ ਨੂੰ, ਸਾਰੇ ਸਿੱਖਾਂ ਨੂੰ, ਸਾਰੇ ਜਿਹੜੀ ਹੋਰ ਸਾਰਿਆਂ ਨੂੰ ਮਾਫੀ ਮੰਗਣੀ ਚਾਹੀਦੀ। ਇਹਦੇ ਗੱਲ 'ਚ ਸਾਨੂੰ ਸਮਝ ਲੈਣਾ ਚਾਹੀਦਾ ਵੀ ਅਸੀਂ ਜਾਲ 'ਚ ਫਸ ਗਏ ਸੀ ਤੇ ਫਸਾ ਲਿਆ ਸੀ, ਤੇ ਇਹਦੇ 'ਚ ਕਿਸੇ ਦਾ ਕਸੂਰ ਨਹੀਂ, ਬੱਚੇ ਵੀ ਜਿਹੜੇ ਸਿੱਧੇ ਗਏ ਸੀ। ਇਸ ਕਰਕੇ ਸਰਕਾਰ ਦੀ ਨੀਅਤ ਵੀ ਠੀਕ ਨਹੀਂ ਤੇ ਸਾਡੇ ਲੀਡਰਾਂ ਵੱਲੋਂ ਕਰਨ ਦੇ ਵਿੱਚ ਅਜੇ ਸਮੱਸਿਆ ਆ ਰਹੀ ਹੈ, ਖਾਸ ਕਰਕੇ ਸਾਡੇ ਸਿੱਖ ਜਥੇਬੰਦੀਆਂ ਦੇ ਕੁਝ ਬੰਦਿਆਂ ਵੱਲੋਂ ਤਾਂ ਬਹੁਤ ਹੀ ਜ਼ਿਆਦਾ ਇਸ ਕਿਸਮ ਦੇ ਭੁਲੇਖੇ ਪਾਏ ਜਾ ਰਹੇ। ਜੀ ਬਹੁਤ ਵੱਡਾ ਅਹਿਮ ਸਵਾਲ ਆ। ਮੈਂ ਇਸ ਮੁੱਦੇ ਤੇ ਦੁਬਾਰਾ ਆਉਣਾ ਤੁਹਾਡੇ ਵੱਲ। ਡਾਕਟਰ ਸੰਧੂ ਆਪਣੀ ਗੱਲ ਕਹਿਣੀ ਚਾਹੁੰਦੇ ਸੀ। ਡਾਕਟਰ ਸੰਧੂ, ਦੇਖੋ ਡਿਕਟੇਟਰਸ਼ਿਪ ਦੀ ਆਦਤ ਇਹ ਹੈ ਕਿ ਸਾਡੇ ਪੰਜਾਬ ਦੇ ਕਿਸਾਨ ਬੱਚਿਆਂ ਨੂੰ ਲੱਭਣ ਵਾਸਤੇ ਸੈਂਟਰਲ ਏਜੰਸੀਆਂ ਪੰਜਾਬ 'ਚ ਜਲੰਧਰ ਆਉਂਦੀਆਂ, ਰੇਡ ਕਰਦੀਆਂ ਬਿਨਾਂ ਸਾਡੀ ਪੁਲਿਸ ਨੂੰ ਇਨਫੋਰਮ ਕੀਤੇ। ਲੋਕਲ ਪੁਲਿਸ ਨੂੰ ਵੀ ਨਹੀਂ ਪਤਾ। ਇਹ ਤਾਂ ਐ ਭੜਥੂ ਪਾਈ ਫਿਰਦੇ ਆ ਵੀ ਜਿਵੇਂ ਇਹਨਾਂ ਦਾ ਸਾਰੇ ਮੁਲਕ ਦੇ ਵਿੱਚ ਕਿਤੇ ਵੀ। ਇੱਥੇ ਤਾਂ CBI ਦਾ ਵੀ ਹੱਕ ਨਹੀਂ ਹੈ ਬਿਨਾਂ ਸਰਕਾਰ ਨਾਲ ਗੱਲਬਾਤ ਕੀਤਿਆਂ ਇੱਥੇ ਆਉਣ ਤੋਂ ਮਨਾਹੀ ਹੈ। ਇਹਨਾਂ ਦੇ ਸਿਪਾਹੀ ਤੁਰੇ ਫਿਰਦੇ ਆ, ਇਹ ਸਮਝਦੇ ਕੱਖ ਨਹੀਂ ਗੇ। ਔਰ ਖਾਸ ਕਰਕੇ ਦੇਖੋ ਮੈਨੂੰ ਇਹਦੇ ਚੋਂ ਹਿੰਦੂ ਏਜੰਡੇ ਦੀ ਬੜੀ ਵੱਡੀ ਬੋ ਆਉਂਦੀ ਹੈ ਕਿ ਕਿਉਂਕਿ ਉੱਥੇ ਮੈਜੋਰਿਟੀ ਸਿੱਖ ਬੈਠੇ ਸੀ ਔਰ ਇਹ ਪੰਜਾਬ ਤੋਂ ਸ਼ੁਰੂ ਹੋਇਆ। ਇਹੀ ਇੱਕ ਬੜੀ ਵੱਡੀ ਗੱਲ ਸੀ ਜਿਹੜੀ ਮੋਦੀ ਤੇ ਅਮਿਤ ਸ਼ਾਹ ਨੂੰ ਚੁੱਭਦੀ ਸੀ ਵੀ ਇਹ ਪੰਜਾਬ ਵਾਲੇ ਜਿਹੜੇ ਆ ਨਾ, ਇਹਨਾਂ ਨੂੰ ਸਬਕ ਅਸੀਂ ਸਿਖਾਵਾਂਗੇ। ਇਹ ਇਕੱਲੇ ਪੰਜਾਬ ਦੀ ਕਦੇ ਹੁਣ ਤਾਂ ਟਕੈਤ ਵਰਗੇ ਨੇਤਾ ਤੇ ਦੂਜੇ ਨੇਤਾ ਸ਼ਾਮਲ ਹੋ ਗਏ, ਆ ਗਿਆ ਬਹੁਤ ਵੱਡੀ ਗਿਣਤੀ 'ਚ। ਯੂਪੀ ਵਾਲੇ, ਹਰਿਆਣੇ ਵਾਲੇ ਆ। ਸ਼ਾਇਦ ਉਹ ਏਜੰਡਾ ਜਿਹੜਾ ਸਿੱਖਾਂ ਨਾਲ ਜੋੜ ਕੇ ਰੱਖਣਾ ਚਾਹੁੰਦੇ ਸੀ, ਉਹ ਏਜੰਡਾ ਬਹੁਤ ਪਿੱਛੇ ਚਲਾ ਗਿਆ। ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਨੂੰ ਸੁਣ ਲਓ ਮਾੜਾ ਜਿਹਾ ਕਿ ਇਹਨਾਂ ਦੀ ਕੋਸ਼ਿਸ਼ ਤਾਂ ਇਹ ਸੀ ਸ਼ੁਰੂ 'ਚ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਹਰਿਆਣੇ ਦਾ ਜਿਹੜਾ ਕਿਸਾਨ ਉਹ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਜਾਊਗਾ ਪੰਜਾਬ ਦੇ ਲੋਕਾਂ ਤੋਂ, ਉਹਨਾਂ ਦੀ ਹਲੀਮੀ ਤੋਂ, ਉਹਨਾਂ ਦੇ ਪੀਸਫੁਲ ਪ੍ਰੋਟੈਸਟ ਤੋਂ, ਉਹਨਾਂ ਦੀ ਜੋ ਫਰਾਖ ਦਿਲੀ ਹੈ, ਜਿਸ ਢੰਗ ਨਾਲ ਅਰੇਂਜਮੈਂਟਸ ਕੀਤੇ, ਪਾਣੀ, ਦੁੱਧ, ਚਾਹ, ਰੋਟੀਆਂ, ਲੰਗਰ, ਮਸ਼ੀਨਾਂ ਆ ਗਈਆਂ, ਬਦਾਮ ਆ ਗਏ। ਉਹ ਵੇਖ ਕੇ ਹੈਰਾਨ ਹੋ ਗਏ, ਕਹਿੰਦੇ ਯਾਰ ਸਾਨੂੰ ਪਾੜ ਕੇ ਰੱਖਿਆ ਹੈ ਸਿਆਸੀ ਬੰਦਿਆਂ ਨੇ, ਹਰਿਆਣਾ ਤਾਂ ਬਣਾਉਣ ਦੀ ਸਾਨੂੰ ਲੋੜ ਹੀ ਨਹੀਂ ਸੀ, ਤਾਂ ਵਾਪਸ ਇਕੱਠੇ ਹੋਵਾਂਗੇ। ਇਹ ਜਜ਼ਬਾ ਜਦੋਂ ਸ਼ੁਰੂ ਹੋ ਗਿਆ, ਫਿਰ ਸਰਕਾਰ ਕੋਲੇ ਕੋਈ ਰਾਹ ਨਹੀਂ ਲੱਭਿਆ। ਰਕੇਸ਼ ਟਿਕਿਆਟ ਨੇ ਉਧਰੋਂ ਇੰਨੀ ਮੂਵਮੈਂਟ ਕੀਤੀ, ਲੋਕਾਂ ਨੂੰ ਪਤਾ ਲੱਗ ਗਿਆ ਬਈ ਇਹ ਇੱਕ ਸਾਜ਼ਿਸ਼ ਤੇ ਡਿਕਟੇਟੋਰੀਅਲ ਐਟੀਟਿਊਡ ਜਿਹੜੀ ਹੈ, ਇਹ ਸਿਰਫ ਕਿਸਾਨ ਨੂੰ ਮਾਰਨਾ ਚਾਹੁੰਦੇ ਆ। ਔਰ ਲੋਕਾਂ ਨੂੰ ਇਹਨਾਂ ਦੇ ਕਾਨੂੰਨਾਂ ਦੀ ਸਮਝ ਆ ਗਈ। ਜਦੋਂ ਸਮਝ ਆ ਗਈ, ਉਹ ਤੁਰ ਪਏ ਦਿੱਲੀ ਵੱਲ ਨੂੰ। ਜਦੋਂ ਦਿੱਲੀ ਵੱਲ ਨੂੰ ਤੁਰ ਪਏ, ਹੁਣ ਇਹਨਾਂ ਤੋਂ ਸਮਝਦੇ ਨਹੀਂ। ਹੁਣ ਇਹ ਦੇਖੋ ਕਿੰਨੀਆਂ ਘਟੀਆ ਚਾਲਾਂ ਨੇ, ਕਿੰਨੇ ਪੈਸੇ ਵੇਸਟ ਹੋ ਰਹੇ ਆ ਉਹ ਕੰਕਰੀਟ ਦੀਆਂ ਕੰਧਾਂ ਬਣਾਉਣ ਤੇ। ਉਹ ਕਿਹੜੇ ਖਾਤੇ ਜਾਣਗੇ? ਉਹ ਕਿਹਨੂੰ ਰੋਕ ਰਹੇ ਆ? ਔਰ ਫਿਰ ਦੂਜੀ ਗੱਲ, ਆ ਜਾਓ ਅਸੀਂ ਗੱਲਬਾਤ ਨੂੰ ਤਿਆਰ ਹੈ। ਕਿੱਥੇ ਆ ਜਾਓ? ਪ੍ਰਧਾਨ ਮੰਤਰੀ ਆਪ ਹੀ ਆ ਜਾਏਗਾ ਬਾਰਡਰ ਤੇ ਆ ਕੇ ਗੱਲਬਾਤ ਕਰ ਲੈ, ਕਹੇ ਵੀ ਮੈਂ ਤੁਹਾਨੂੰ ਆ ਕੁਝ ਦਿੰਦਾ, ਆ ਕੁਝ ਨਹੀਂ ਦਿੰਦਾ। ਗੱਲ ਨਿਬੇੜ ਦੇਵੇ ਨਾ ਇੱਕ ਪਾਸੇ, ਗੱਲਾਂ ਬਾਤਾਂ ਜੀ। ਥੈਂਕ ਯੂ ਵੈਰੀ ਮਚ ਡਾਕਟਰ ਸੰਧੂ। ਐਡੀ ਫਰਾਕ ਦਿਲੀ ਵਿਖਾਈ ਜਾਵੇ ਤਾਂ ਸਮੱਸਿਆ ਹੀ ਨਾ ਖੜੀ ਹੋਵੇ। ਬਹੁਤ ਮਿਹਰਬਾਨੀ ਡਾਕਟਰ ਸੰਧੂ, ਆਪਾਂ ਨੂੰ ਮਜਬੂਰੀ ਹੈ, ਬ੍ਰੇਕ ਲੈਣੀ ਪੈਣੀ ਹੈ। ਛੋਟੀ ਜੀ ਬ੍ਰੇਕ ਤੋਂ ਬਾਅਦ ਇੰਨੇ ਅਹਿਮ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਕਿਸਾਨੀ ਅੰਦੋਲਨ, ਪ੍ਰਧਾਨ ਮੰਤਰੀ ਵੱਲੋਂ ਗੱਲਬਾਤ ਦਾ ਸੱਦਾ, ਕਿੰਨੀ ਕੁ ਸੁਹਿਰਦਤਾ ਹੈ, ਇਸੇ ਮੁੱਦੇ ਤੇ ਕਰਾਂਗੇ ਗੱਲ ਪਰ ਨਿੱਕੀ ਜੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਜਸਪਾਲ ਜੀ, ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਸੀ, ਮੈਂ ਹੋਰ ਥੋੜਾ ਉਹਦੇ ਬਾਰੇ ਜਾਣਕਾਰੀ ਤੁਹਾਡੇ ਕੋਲੋਂ ਲੈਣੀ ਚਾਹਾਂਗਾ ਕਿ ਜਿੱਦਾਂ ਦੀਆਂ ਪ੍ਰਸਥਿਤੀਆਂ ਤੁਸੀਂ ਗੱਲ ਕੀਤੀ ਹੈ ਕਿ ਕੇਂਦਰ ਸਰਕਾਰ ਨੇ ਭਾਈਚਾਰਾ ਤੋੜਨ ਦੀ ਗੱਲ ਕੀਤੀ ਹੈ, ਭਰਮ ਭੁਲੇਖੇ ਪੈਦਾ ਕਰਨ ਦੀ ਗੱਲ ਕੀਤੀ ਗਈ ਹੈ। ਕੁਝ ਸਿੱਖ ਆਗੂਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਭਰਮ ਭੁਲੇਖੇ ਜਾਂ ਇੱਕ ਦੂਜੇ ਦੇ ਖਿਲਾਫ ਬੋਲਣ ਦੀ ਬਜਾਏ ਦੇ ਜਿਹੜਾ ਟਾਰਗੇਟ ਹੈ ਉਹਦੇ ਤੇ ਗੱਲ ਕਰੀਏ, ਅਸੀਂ ਆਪਸ ਵਿੱਚ ਇੱਕ ਦੂਜੇ ਬਾਰੇ ਉਲਝੇ ਪਏ ਹਾਂ। ਇਹੋ ਜਿਹੇ ਮਾਹੌਲ ਦੇ ਅੰਦਰ ਜਸਪਾਲ ਜੀ, ਲੱਗਦਾ ਕਿ ਕਿਸਾਨ ਜਥੇਬੰਦੀਆਂ ਦੀ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਾਂ ਭੂਮਿਕਾ ਹੈ ਕਿ ਇਸ ਅੰਦੋਲਨ ਨੂੰ ਕਿਵੇਂ ਇੱਕ ਸ਼ਕਤੀਸ਼ਾਲੀ ਧਿਰ ਦੇ ਤੌਰ ਤੇ ਅੱਗੇ ਵਧਾਇਆ ਜਾਵੇ। ਦੇਖੋ ਕਿਸਾਨ ਜਥੇਬੰਦੀਆਂ ਜਿਹੜੀਆਂ ਹੈ, ਜਿਹੜਾ ਸੰਯੁਕਤ ਮੋਰਚਾ ਹੈ, ਉਹਦੇ ਵਿੱਚ ਕੋਈ ਵੀ ਫਰਕ, ਕੋਈ ਵੱਡੀ ਗਲਤੀ ਨਹੀਂ ਕੀਤੀ ਉਹਨਾਂ ਨੇ। ਜਿਹੜਾ ਅਸੀਂ ਕਹਿ ਦਈਏ ਜ਼ਿੰਮੇਵਾਰੀ ਤੋਂ ਤੱਕ ਸਾਰਾ ਕੁਝ ਚੱਲ ਰਿਹਾ। ਸਵਾਲ ਹੈ ਵੀ ਕੁਝ ਇਹ ਸਰਕਾਰਾਂ ਦਾ ਜਿਹੜਾ ਤੌਰ ਤਰੀਕਾ ਹਮੇਸ਼ਾ ਹੀ ਹੁੰਦਾ, ਉਹ ਆਪਣਾ ਵਰਤ ਰਿਹਾ ਹੈ ਵੀ ਇਹਨਾਂ ਦੇ ਵਿੱਚੋਂ ਕੁਝ ਏਜੰਟ ਲੱਭੀਏ
ਉਹ ਕਰ ਰਹੇ ਆਪਣਾ ਸਾਰਾ ਤੌਰ ਤਰੀਕਾ ਕਰ ਰਹੇ ਆ। ਉਹਨਾਂ ਨੇ ਪਹਿਲਾਂ ਜਾਲ ਲਾਇਆ 26 ਜਨਵਰੀ ਵਾਲਾ ਜਾਲ ਲਾ ਕੇ ਉੱਥੇ ਸਾਰੇ ਜਿਹੜਾ ਵੀ ਸਾਰਾ ਕੁਝ ਕਰਵਾਇਆ। ਉਸ ਤੋਂ ਫਿਰ ਉਸ ਨੂੰ ਵਰਤ ਕੇ ਝੂਠ ਬੋਲ ਕੇ ਡਿਸਇਨਫੋਰਮੇਸ਼ਨ ਫੈਲਾ ਕੇ ਸਾਰੇ ਤੇ ਫਿਰ ਉਹਨਾਂ ਨੇ ਦੂਜਾ ਹੁਣ ਕੋਸ਼ਿਸ਼ ਹੋ ਰਹੀ ਹੈ ਵੀ ਨਾਲ ਦੀ ਨਾਲ ਵੀ ਇਹਨਾਂ ਦੇ ਵਿੱਚ ਆਪਸ ਵਿੱਚ ਦੀ ਫੁੱਟ ਕਿਵੇਂ ਪਾਈ। ਖਾਸ ਕਰਕੇ ਜਿਹੜਾ ਟਾਰਗੇਟ ਹੈ ਇਹ ਪੰਜਾਬ ਦੇ ਬੰਦਿਆਂ ਨੂੰ ਸਮਝਣਾ ਚਾਹੀਦਾ ਹੈ। ਟਾਰਗੇਟ ਸਿੱਖਾਂ ਤੇ ਆ। ਜਿਹੜੇ ਡਾਕਟਰ ਗੁਰਪ੍ਰੀਤ ਨੇ ਵੀ ਕਿਹਾ, ਉਹ ਠੀਕ ਕਹਿ ਰਿਹਾ ਵੀ ਇਹ ਟਾਰਗੇਟ ਹੀ ਸਾਰਾ ਸਿੱਖਾਂ ਨੂੰ ਆਈਸੋਲੇਟ ਕਰਨ ਤੇ ਹੈ। ਤੇ ਉਹ ਪਿਛਲੀ ਗੱਲ ਇਸ ਜਿਵੇਂ ਆਈਸੋਲੇਟ ਕਰਕੇ ਇਹਨਾਂ ਨੂੰ ਆਈਸੋਲੇਟ ਕਰ ਲਿਆ। ਇਹਨਾਂ ਨੂੰ ਸਮਝਣ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਵੀ ਹਰਿਆਣਾ, ਵੈਸਟਰਨ ਯੂਪੀ, ਉਹਨਾਂ 'ਚ ਨੈਸ਼ਨਲਿਸਟਿਕ ਫੀਲਿੰਗ ਬਹੁਤ ਜ਼ਿਆਦਾ ਹੈ। ਕੋਈ ਵੀ ਇਹੋ ਜਿਹਾ ਕੰਮ ਨਾ ਹੋਵੇ ਕਰਨ ਇਹ ਜਿਹਦੇ ਵਿੱਚ ਕੌਮੀ ਭਾਵਨਾ ਉਹਨਾਂ ਦੀ ਹੈ, ਉਹਨੂੰ ਤੇ ਡਾਕਟਰ ਸੰਧੂ ਮਾਰ ਹੈ ਜੀ। ਜੀ ਸਿੱਧੂ ਸਾਹਿਬ, ਇੱਕ ਛੋਟਾ ਜਿਹਾ ਸਵਾਲ ਮੈਂ ਡਾਕਟਰ ਸੰਧੂ ਵੱਲ ਸਵਾਲ ਲੈਣ ਤੋਂ ਪਹਿਲਾਂ ਜਸਪਾਲ ਜੀ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਜਿਹੜੇ ਤੁਸੀਂ ਕਮੈਂਟਸ ਕੀਤੇ ਹੈ, ਮੈਂ ਦਰਸ਼ਕਾਂ ਲਈ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ। ਇੱਕ ਬੜੀ ਕਮਾਲ ਦੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਇੰਨਾ ਕੁਝ ਪ੍ਰੋਪੇਗੈਂਡਾ ਪ੍ਰਚਾਰ ਕੀਤਾ ਗਿਆ ਕਿਸਾਨੀ, ਪਰ ਜਿਹੜੇ ਕਿਸਾਨ ਆਗੂਆਂ ਦੀ ਗੱਲ ਕਰਦੇ ਆ, ਤੁਸੀਂ ਆਪਾਂ ਦੱਸੋ ਵੀ ਉਹਨਾਂ ਨੇ ਕੋਈ ਗਲਤ ਸਮਝੌਤਾ ਕਰ ਲਿਆ ਹੈ ਜਾਂ ਕਿਧਰੇ ਉਹ ਬਕਾਊ ਹੋ ਗਏ ਹੈ ਜਾਂ ਉਹਨਾਂ ਦੀ ਨੀਅਤ ਜੇ ਕਿਧਰੇ ਖੋਟ ਨਜ਼ਰ ਆਈ ਹੈ। ਇਹੋ ਜਿਹੀ ਗੱਲ ਤਾਂ ਜਸਪਾਲ ਜੀ ਕਿਧਰੇ ਨਜ਼ਰ ਨਹੀਂ ਆ ਰਹੀ। ਫਿਰ ਜਿਹੜੀਆਂ ਧਿਰਾਂ ਸਵਾਲ ਉਠਾ ਰਹੀਆਂ, ਇੱਧਰ ਉੱਧਰ ਗੱਲ ਨੂੰ ਭਟਕਾ ਰਹੀਆਂ, ਜਿਹੜੇ ਲੋਕ ਲੜਾਈ ਲੜ ਰਹੇ ਆ ਉਹਨਾਂ ਦੀ ਨੀਅਤ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਕਿਵੇਂ ਦੇਖਦੇ ਹੋ? ਵੇਖੋ, ਇਹ ਕਹਿਣਾ ਵੀ ਸਿੱਧੂ ਨੂੰ ਗਾਲਾਂ ਕੱਢਦੀਆਂ ਤੇ ਉਹ ਦੀਪ ਸਿੱਧੂ ਨੂੰ ਆਏ ਕਰਦੇ, ਇਸ ਕਿਸਮ ਦੀ ਕੋਈ ਗੱਲਾਂ ਜਿਹੜੀਆਂ ਖਾਸ ਕਰਕੇ ਸਿੱਖ ਹਲਕਿਆਂ ਤੋਂ ਨਹੀਂ ਜਾਣੀਆਂ ਚਾਹੀਦੀਆਂ, ਕੁਝ ਖਾਸ ਬੰਦਿਆਂ ਤੋਂ ਨਹੀਂ ਜਾਣੀਆਂ ਚਾਹੀਦੀਆਂ। ਜਿਹੜੀਆਂ ਜਾ ਰਹੀਆਂ ਇਹ ਆਪਣੇ ਆਪ 'ਚ ਗਲਤ ਗੱਲ ਹੈ ਤੇ ਇਹ ਨਹੀਂ ਹੋਣਾ ਚਾਹੀਦਾ। ਸਵਾਲ ਤਾਂ ਸਾਨੂੰ ਸਮਝਣਾ ਚਾਹੀਦਾ ਵੀ ਸਾਥੋਂ ਗਲਤੀ ਹੋ ਗਈ, ਅਸੀਂ ਸਾਡੇ ਹੀ ਬੱਚੇ ਅਸੀਂ ਹੁਣ ਬੱਚਿਆਂ ਨੂੰ ਬਚਾਉਣਾ ਵੀ ਹੈ ਜਿਹੜੇ ਫੜੇ ਗਏ ਆ, ਜਿਨ ਸਾਰਾ ਕੇਸ ਬਣੇ ਆ। ਤੇ ਸਾਨੂੰ ਆਪਸ ਵਿੱਚ ਦੀ ਲੜਾਈ ਨਾ ਕਰੋ। ਇਹ ਮੁੜ ਕੇ ਫੇਰ ਆਪਸ ਵਿੱਚ ਦੀ ਲੜਾਈ ਤਾਂ ਚਾਹੁੰਦੇ ਆ। ਇਸ ਕਰਕੇ ਅਸੀਂ ਟੂਲ ਨਹੀਂ ਬਣਨਾ। ਪਹਿਲਾਂ ਵੀ ਬਣ ਗਏ, ਕਈ ਵਾਰ ਟੂਲ ਬਣੇ ਆ, ਹੁਣ ਫੇਰ 26,000 ਨੂੰ ਟੂਲ ਅਸੀਂ ਬਣ ਗਏ ਆ। ਫਿਰ ਅਸੀਂ ਸਰਕਾਰ ਦੇ ਹੱਥ ਤੇ ਨਹੀਂ ਖੇਡਣਾ। ਇਸ ਕਰਕੇ ਸਾਨੂੰ ਕਿਸਾਨ ਨੇਤਾ ਵੱਲੋਂ ਜੇ ਕੋਈ ਗਲਤ ਗੱਲ ਹੋਈ ਆ, ਮਾਫੀਆਂ ਮੰਗ ਲੀਆਂ, ਹੋਰ ਮੰਗ ਲੈਣਗੇ ਮਾਫੀਆਂ। ਮੈਨੂੰ ਨਹੀਂ ਲੱਗਦਾ ਕੋਈ ਵੱਡੀ ਗੱਲ ਹੋਈ ਹੈ। ਜੇ ਪਾਸੇ ਵਾਲਾ ਜਿਹੜਾ ਆਪਦੀ ਈਗੋ ਹੈ ਜਿਹੜੀ, ਉਹ ਬਹੁਤ ਜ਼ਿਆਦਾ ਵੱਡੀ ਈਗੋ ਦੀ ਪੇਸ਼ਕਾਰੀ ਹੋ ਰਹੀ ਹੈ ਕਈ ਥਾਵਾਂ ਤੋਂ, ਜਿਹੜੀ ਆਪਣੇ ਆਪ 'ਚ ਨਹੀਂ ਹੋਣੀ ਚਾਹੀਦੀ। ਇੱਕ ਵੱਡਾ ਪਰਸਪੈਕਟਿਵ, ਵੱਡਾ ਦ੍ਰਿਸ਼ਟੀਕੋਣ ਲੈਣਾ ਚਾਹੀਦਾ ਕਿ ਸਿੱਖਾਂ ਨੂੰ ਉਸ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ। ਇੱਕ ਗੱਲ ਮੈਂ ਕਹਿਣਾ ਚਾਹੁੰਦਾ ਵੀ ਸਿੱਖਾਂ ਨੂੰ ਬਾਈ ਪ੍ਰੋਡਕਟ ਦੇ ਲੈਵਲ ਤੇ ਉਹਨਾਂ ਦਾ ਜਿਹੜਾ ਬੜਾ ਬਹਾਲ ਹੋ ਗਈ ਸੀ ਪ੍ਰੈਸਟੀਜ, ਉਹਨਾਂ ਦਾ ਆਨਰ ਬਹਾਲ ਹੋ ਗਿਆ ਸੀ 30-35 ਸਾਲ ਬਾਅਦ। ਤੇ ਸਾਨੂੰ ਜਾਣਨਾ ਚਾਹੀਦਾ ਵੀ ਇਹ ਤੁਸੀਂ ਕਿਸਾਨਾਂ ਨੇ ਮੂਵਮੈਂਟ ਤੋਰੀ, ਉਹਦੇ ਵਿੱਚੋਂ ਤੁਹਾਡੀ ਪ੍ਰੈਸਟੀਜ ਉੱਪਰ ਹੋ ਗਈ। ਸਾਰਾ ਪੰਜਾਬ ਨੂੰ ਲੀਡ ਮਿਲ ਗਈ, ਅਗਵਾਈ ਮਿਲ ਗਈ ਸਾਰੀ ਗੱਲ ਦੀ। ਤੁਸੀਂ ਉਹ ਸਾਰੀ ਗੱਲ ਨੂੰ ਤੇ ਨਜ਼ਰ ਰੱਖਣ ਦੀ ਬਜਾਏ ਫਲਾਨਾ ਲੀਡਰ ਨੇ ਆਹ ਕਹਿਤਾ ਸਾਡੇ ਵਿਰੁੱਧ, ਇਹ ਜਿਹੀਆਂ ਜਿਹੜੀਆਂ ਛੋਟੀਆਂ ਗੱਲਾਂ ਉਹਨਾਂ 'ਚ ਨਹੀਂ ਫਸਣਾ ਚਾਹੀਦਾ। ਤੇ ਸਾਨੂੰ ਸਾਡੇ ਨੌਜਵਾਨਾਂ ਨੂੰ ਸਾਰਿਆਂ ਨੂੰ ਸਮਝਾ ਕੇ ਰੱਖਣਾ ਚਾਹੀਦਾ। ਮਿਹਰਬਾਨੀ। ਡਾਕਟਰ ਸੰਧੂ, ਤੁਸੀਂ ਆਪਣੇ ਕਮੈਂਟਸ ਰੱਖਣਾ ਚਾਹੁੰਦੇ ਸੀ? ਡਾਕਟਰ ਸੰਧੂ ਪਲੀਜ਼। ਦੇਖੋ, ਕਿਸਾਨਾਂ ਨੂੰ ਪਤਾ ਸੀ ਵੀ ਹੁਣ ਬਾਏ ਰੋਡ ਸਾਨੂੰ ਇਹਨਾਂ ਨੇ ਜਾਣ ਨਹੀਂ ਦੇਣਾ। ਗੱਡੀਆਂ ਰੋਕ ਕੇ ਉਹਨਾਂ ਦੇ ਸਾਰੇ ਥੱਲਿਓਂ ਫਲੋਰਿੰਗ ਸਾਰੀ ਪੱਟ ਦਿੰਦੇ ਆ। ਆਹ ਵਿਖਾਓ, ਸਾਰੇ ਕਾਗਜ਼ ਵਿਖਾਓ, ਇਹ ਵਿਖਾਓ। ਉਹ ਰੇਲਾਂ ਤੇ ਚੜ੍ਹ ਕੇ ਦਿੱਲੀ ਪਹੁੰਚਣ ਲੱਗ ਗਏ ਵੱਡੀ ਤਾਦਾਦ 'ਚ। ਅੱਜ ਪੰਜਾਬ ਮੇਲ ਦੀ ਫਿਰੋਜ਼ਪੁਰ ਤੋਂ ਦਿੱਲੀ ਵਾਲੇ ਰੂਟ ਹੀ ਚੇਂਜ ਕਰਤਾ ਵੀ ਇਹ ਪਹੁੰਚਣ ਹੀ ਨਾ ਦਿੱਲੀ। ਇਹੋ ਜਿਹੀਆਂ ਕੁਝੀਆਂ ਹਰਕਤਾਂ ਕਰਕੇ ਉੱਤੋਂ ਕਹਿੰਦੇ ਆ ਜੀ ਆਜੋ ਗੱਲਬਾਤ ਕਰ ਲਓ। ਰਹੀ ਗੱਲ, ਮੈਂ ਜੀ ਸਿੱਧੂ ਸਾਹਿਬ ਨਾਲ ਇੱਕ ਗੱਲ ਦੇ ਉੱਤੇ ਬਹੁਤ ਐਵੇਂ ਮਾਈਨਿਊਟਲੀ ਸਹਿਮਤ ਹਾਂ। ਵੈਸੇ ਮੈਂ ਸਹਿਮਤ ਨਹੀਂ ਇਹਨਾਂ ਦੀ ਕਿ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੁਝ ਬੰਦੇ ਆਈਸੋਲੇਟ ਕੀਤੇ ਆ ਤੇ ਦੀਪ ਸਿੱਧੂ ਵਰਗੇ ਤੇ ਲੱਖੇ ਸੰਧਾਣੇ ਵਰਗੇ ਤੇ ਫਿਰ ਜਿਹੜੇ ਆ ਦੇ ਆਰ ਪੀਪਲ ਆਫ ਨੋ ਕੌਨਸੀਕੁਐਂਸ। ਔਰ ਇਹਨਾਂ ਦਾ ਯੋਗਦਾਨ ਸਿਰਫ ਤੇ ਸਿਰਫ ਜਜ਼ਬਾਤਾਂ ਨਾਲ ਖੇਡ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੀ ਰੋਟੀ ਸੇਕਣ ਦਾ ਸੀ। ਉਹ ਆਇਡੈਂਟੀਫਾਈ ਹੋ ਗਏ, ਉਹ ਬਾਹਰ ਕੱਢ ਦਿੱਤੇ ਗਏ ਆ। ਦੂਜਾ, ਜਿਵੇਂ ਪੰਡੇਰ ਆ ਅੰਮ੍ਰਿਤਸਰ ਵਾਲਾ, ਉਹ ਪਹਿਲਾਂ ਵੀ ਜਦੋਂ ਅਸੀਂ ਇਹ ਕਾਲ ਕੀਤੀ ਸੀਗੀ ਕਿ ਰੇਲ ਟਰੈਕ ਖਾਲੀ ਕਰ ਦਿਓ, ਉਹ ਉੱਥੇ ਫਿਰ ਮਾਝੇ 'ਚ ਬਿਠਾਈ ਰੱਖਿਆ ਉਹਨੇ ਆਪਦਾ ਕਿਸਾਨ ਮਜ਼ਦੂਰ ਯੂਨੀਅਨ ਜਿਹੜੀ ਹੈਗੀ ਹੈ। ਸੋ ਇਹ ਬੰਦਿਆਂ ਨੂੰ ਆਈਸੋਲੇਟ ਕਰਕੇ ਪਾਸੇ ਕਰਨਾ ਅੰਦੋਲਨ ਦੇ ਬਿਹਤਰੀ ਦੇ ਵਿੱਚ ਹੈ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਨਾ ਹੀ ਸਿੱਖਾਂ ਦੇ ਵਿੱਚ ਕੋਈ ਫਰਕ ਪੈ ਰਿਹਾ, ਨਾ ਲੀਡਰਸ਼ਿਪ 'ਚ ਪੈ ਰਿਹਾ। ਬਲਬੀਰ ਸਿੰਘ ਰਾਜੇਵਾਲ ਤੇ ਬਾਕੀ ਜਿੰਨੇ ਵੀ ਹੈ, ਉਗਰਾਹਾਂ ਹੋਰੀ ਔਰ ਟਿਕਿਆਟ ਹੋਰੀ, ਇਹ ਬਹੁਤ ਸੁਲਝੇ ਵੀ ਲੀਡਰ ਹੈ ਔਰ ਅਸੀਂ ਨਤਮਸਤਕ ਹੈ। ਅਸੀਂ ਵਾਰੇ ਜਾਂਦੇ ਹਾਂ ਇਹਨਾਂ ਦੀ ਸੋਚ ਤੇ ਔਰ ਇਹਨਾਂ ਦੀ ਸੋਚ ਤੇ ਪਹਿਰਾ ਵੀ ਦਿਆਂਗੇ ਠੋਕ ਕੇ। ਪਰ ਗੱਲ ਜਿਹੜੀ ਹੈ, ਇੱਕ ਗੱਲ ਕਹਿਣੀ ਚਾਹੁੰਦਾ ਮੈਂ ਜੀ ਲਾਸਟ, ਉਹ ਇਹ ਹੈ ਕਿ ਮੋਦੀ ਦੇ ਬਿਆਨ ਤੇ
ਜਾਂ ਭਾਜਪਾ ਦੇ ਕਿਸੇ ਮੰਤਰੀ ਦੇ ਬਿਆਨ ਤੇ ਕਿਵੇਂ ਭਰੋਸਾ ਕਰ ਲੈਣ ਕਿਸਾਨ? ਹੁਣ ਤਾਂ ਇਹਨਾਂ ਨੇ ਭਰੋਸੇ ਵਾਲੀ ਗੱਲ ਕੀਤੀ ਕਿਹੜੀ ਹੈ? ਜੇ ਤਾਂ ਕੋਈ ਇੱਕ ਸੱਚ ਬੋਲਿਆ ਹੋਵੇ ਪਿਛਲੇ 6 ਸਾਲਾਂ 'ਚ ਤਾਂ ਉਹ ਦੱਸ ਦੇਣ, ਤੇ ਜੇ ਇਹਨਾਂ ਨੇ ਕੋਈ ਕੀਤਾ ਵਾਅਦਾ ਪੂਰਾ ਕੀਤਾ ਹੋਵੇ ਉਹ ਦੱਸ ਦੇਣ, ਤੇ ਜੇ ਇਹਨਾਂ ਨੇ ਕਿਸਾਨੀ ਵਾਸਤੇ ਅੱਜ ਬਜਟ ਪੇਸ਼ ਹੋਇਆ, ਬਜਟ ਦੇ ਵਿੱਚ MSP ਦੇ ਗਿਣਾ ਰਹੇ ਅਸੀਂ ਇੰਨੇ ਪੈਸੇ ਦੇਤੇ 2021 'ਚ। ਉਹ ਭਾਈ ਉਹ ਤਾਂ ਦੁਨੀਆ ਨੂੰ ਪਤਾ, ਜਿਹੜੇ ਤੁਸੀਂ ਦੇਤੇ ਲੋਕਾਂ ਦੀਆਂ ਰੁਲ ਗਏ ਮੱਧ ਪ੍ਰਦੇਸ਼ ਦੇ ਵਿੱਚ ਕਈ ਕਰੋੜ ਦਾ ਸਮਾਨ ਚੱਕ ਕੇ ਭੱਜ ਗਏ, ਉਹਨਾਂ ਨੇ ਦਵਾਨੀ ਨਹੀਂ ਦਿੱਤੀ, ਕਿਸਾਨ ਰੁਲ ਗਿਆ ਉੱਥੇ। ਇਹ ਤੁਹਾਡੇ ਨਵੇਂ ਕਾਨੂੰਨ ਦੇ ਤਹਿਤ ਉੱਥੇ ਪ੍ਰੋਕਿਉਰਮੈਂਟ ਹੋਈ ਹੈ। ਸੋ ਇਹ ਬੇਈਮਾਨ ਗਵਰਨਮੈਂਟ ਹੈ, ਬੇਈਮਾਨੀ ਕਰੂਗੀ। ਸਾਡੇ ਕਿਸਾਨ ਇੰਨੇ ਤਕੜੇ ਆ, ਪੰਜਾਬ ਵਾਲੇ, ਹਰਿਆਣੇ ਵਾਲੇ, ਯੂਪੀ ਵਾਲੇ ਔਰ ਸਾਰੇ ਇੰਨੇ ਤਕੜੇ ਆ। ਇਹ ਮੂਵਮੈਂਟ ਤਾਂ ਵਧੂਗੀ, ਇਹ ਵਧੂਗੀ। ਸਰ ਤੁਹਾਡੀ ਗੱਲ ਆ ਗਈ, ਥੈਂਕ ਯੂ। ਔਰ ਇਹ ਮਿਹਰਬਾਨੀ ਸਾਹਿਬ, ਤੁਹਾਡੀ ਗੱਲ ਆ ਗਈ, ਥੈਂਕ ਯੂ ਸਰ, ਥੈਂਕ ਯੂ। ਦੀਪਾ ਜੀ, ਮੈਂ ਤੁਹਾਡੇ ਵੱਲ ਆ ਰਿਹਾ। ਮੈਂ ਇੱਕ ਛੋਟਾ ਜਿਹਾ ਸਵਾਲ ਜਸਪਾਲ ਜੀ ਤੋਂ ਲੈਣਾ ਚਾਹੁੰਦਾ। ਜਸਪਾਲ ਜੀ, ਜੋ ਡਾਕਟਰ ਸੰਧੂ ਨੇ ਕਿਹਾ, ਮੇਰਾ ਖਿਆਲ ਤੁਸੀਂ ਇਹ ਨਹੀਂ ਕਿਹਾ, ਤੁਸੀਂ ਤਾਂ ਸਗੋਂ ਇਹ ਕਹਿ ਰਹੇ ਸੀ ਕਿ ਵੀ ਇਦਾਂ ਦੇ ਮਤਭੇਦ ਭੁਲਾ ਕੇ ਸਾਨੂੰ ਬਹੁਤ ਵੱਡੇ ਏਜੰਡੇ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਜੀ ਜਸਪਾਲ ਜੀ। ਮੈਂ ਇਹੀ ਕਹਿ ਰਿਹਾ ਵੀ ਸਾਡੇ ਵਿੱਚ ਜਿਹੜਾ ਛੋਟਾ ਮੋਟਾ ਮਤਭੇਦ ਹੈ, ਜਿਹੜੇ ਅਸੀਂ ਹੁਣ 26 ਤਰੀਕ ਦੇ ਪਿੱਛੋਂ ਮੁੜ ਕੇ ਫਿਰ ਜਿਹੜਾ ਸੰਘਰਸ਼ ਹੈ ਉਹਦੀ ਮਜ਼ਬੂਤੀ ਹੋ ਗਈ ਹੈ, ਲੋਕ ਆਉਣ ਲੱਗ ਗਏ ਆ। ਸਾਨੂੰ 26 ਵਾਲੀਆਂ ਗੱਲਾਂ ਨੂੰ ਹੁਣ ਤੱਕ ਨਾਲ ਖਿੱਚਣ ਦੀ ਕੀ ਲੋੜ ਹੈ? ਭੁੱਲ ਜਾਣਾ ਚਾਹੀਦਾ। ਸਾਡੇ ਇਹਦੇ ਵਿੱਚ ਕਈ ਸਟੇਜਸ ਆਉਂਦੀਆਂ ਚਾਹੀਦੀਆਂ ਤੇ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ। ਸਰਕਾਰ ਦੀ ਮਨਸ਼ਾ ਸਮਝਣ, ਸਰਕਾਰ ਦੀ ਪੁਰਾਣੀ ਜਿਹੜੀ ਨੀਤੀ ਹੈ, ਜਿਸ ਤਰੀਕੇ ਨਾਲ ਸਮਾਜ ਵਿੱਚ ਫੁੱਟ ਪਾਉਣ ਦੀ, ਧਾਰਮਿਕ ਲੈਵਲ ਤੇ ਫਿਰਕਾ ਪ੍ਰਸਤੀ ਨੇ ਆਪਣੀ ਗਰੁੱਪਾਂ 'ਚ ਵੰਡਣਾ, ਇਹ ਸਾਰੀ ਗੱਲ ਨੂੰ ਸਮਝਣ। ਜੀ ਜੀ, ਓਕੇ, ਥੈਂਕ ਯੂ ਜੀ। ਦੀਪਾ ਜੀ, ਜਿਸ ਮਾਮਲੇ ਤੇ ਤੁਸੀਂ ਆਪਣੇ ਕਮੈਂਟਸ ਦੀ ਜ਼ਰੂਰ ਕਰਿਓ, ਗੱਲ ਕਰ ਰਹੇ ਹਾਂ ਆਪਾਂ। ਪਰ ਇੱਕ ਗੱਲ ਜਿਹੜੀ ਆ ਰਹੀ ਹੈ ਕਿ 26 ਤੋਂ ਬਾਅਦ, ਜਿੱਦਾਂ ਜਸਪਾਲ ਜੀ ਨੇ ਕਿਹਾ ਕਿ 26 ਲੰਘ ਗਈ ਹੈ, ਆਪਾਂ ਅੱਗੇ ਦੀ ਗੱਲ ਕਰੀਏ। ਜਦੋਂ ਅੱਗੇ ਦੀ ਗੱਲ ਕਰਦੇ ਹਾਂ ਤਾਂ ਕੀ ਲੱਗਦਾ ਨਹੀਂ ਕਿ ਬਹੁਤ ਵੱਡੇ ਪੱਧਰ ਤੇ ਨਵੇਂ ਸਿਰੇ ਤੋਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ? ਕੁਝ ਲੋਕਾਂ ਨੂੰ ਜਿਹੜੀ ਗਲਤਫਹਿਮੀ ਸੀ ਕਿ ਅੰਦੋਲਨ ਡੋਲ ਗਿਆ, ਇਸ ਵੇਲੇ ਇਹੋ ਜੀ ਕੋਈ ਗੱਲ ਨਜ਼ਰ ਨਹੀਂ ਆ ਰਹੀ। ਕਿਵੇਂ ਲੱਗ ਰਿਹਾ ਤੁਹਾਨੂੰ ਦੀਪਾ ਜੀ? ਜਗਤਾਰ ਜੀ, ਬਿਲਕੁਲ 26 ਦਾ ਜਿਹੜਾ ਉਹ ਇਨਸੀਡੈਂਟ ਹੋਇਆ, ਮੰਦਭਾਗਾ ਇਨਸੀਡੈਂਟ ਹੋਇਆ, ਨਹੀਂ ਹੋਣਾ ਚਾਹੀਦਾ। ਪਰ ਮੈਂ ਸਮਝਦਾ ਕਿ ਉਸ ਤੋਂ ਬਾਅਦ ਤਾਂ ਬਹੁਤ ਹੀ ਹੋਰ ਵੀ ਤਗੜਾ ਹੋ ਕੇ ਅੰਦੋਲਨ ਬਹੁਤ ਤਗੜਾ ਹੋਇਆ। ਉਸ ਤੋਂ ਬਾਅਦ ਤਾਂ ਬਹੁਤ ਮਜ਼ਬੂਤੀ ਆਈ ਹੈ। ਬਿਲਕੁਲ ਜਿਹੜਾ ਕੋਈ ਐਸਾ ਅਨਸਰ ਸੀਗੇ ਜਿਹੜੇ ਨੌਜਵਾਨ ਕੁਝ ਗੜਬੜੀ ਜਿਨ੍ਹਾਂ ਨੇ ਕੀਤੀ, ਉਹ ਥੋੜਾ ਜਿਹਾ ਪਾਸੇ ਹੋ ਗਏ। ਹੁਣ ਤਾਂ ਜਿਸ ਤਰ੍ਹਾਂ ਪੰਜਾਬ ਤਾਂ ਜਿਵੇਂ ਉੱਠਿਆ ਸੀ, ਹਰਿਆਣਾ ਉਸ ਤੋਂ ਵੱਧ ਉੱਠ ਗਿਆ, ਯੂਪੀ ਤਾਂ ਮੈਂ ਕਹਿੰਦਾ ਉਸ ਤੋਂ 4 ਗੁਣਾ ਵੱਧ ਉੱਠ ਗਿਆ। ਇਹ ਹੋਰ ਦੇ ਜਿਹੜੇ ਪੈਰਾਂ ਥੱਲੇ ਸੇਕਾ ਹੁਣ ਲੱਗਣਾ। ਸ਼ਾਇਦ ਪੰਜਾਬ ਨੂੰ ਸਮਝਦਾ ਸੀ, ਕਿਉਂਕਿ ਪੋਲੀਟੀਕਲ ਪਾਰਟੀਆਂ, ਪੋਲੀਟੀਕਲ ਲੀਡਰ ਵੋਟਾਂ ਦੇ ਹਿਸਾਬ ਨਾਲ ਚੱਲਦੇ ਆ, ਸੀਟਾਂ ਦੇ ਹਿਸਾਬ ਨਾਲ ਚੱਲਦੇ ਆ। ਸਾਡੀ ਸਰਕਾਰ ਕਿਵੇਂ ਆਗਾ ਬਣੂਗੀ, ਸਾਨੂੰ ਨੁਕਸਾਨ ਅੱਜ ਕਿੰਨਾ ਕਿੰਨਾ ਨਹੀਂ ਹੈ, ਉਸ ਮੁਤਾਬਕ ਤੋਲਦੇ ਆ। ਪੰਜਾਬ 'ਚ ਸਮਝਦੀ ਸਾਡੀ 1-2 ਸੀਟਾਂ ਆਣੀਆਂ, ਉਹ ਨਾ ਵੀ ਆਣ, ਪਰ ਯੂਪੀ ਦੀਆਂ ਹੁਣ ਜਦੋਂ 80 ਸੀਟਾਂ ਬਰਾਬਰ ਖੜ ਜਾਣਗੀਆਂ, ਮੈਂ ਸਮਝਦਾ ਪ੍ਰਾਈਮ ਮਿਨਿਸਟਰ ਮੋਦੀ ਨੂੰ ਹੁਣ ਸੋਚਣਾ ਪੈਣਾ ਹੈ। ਹੁਣ ਮੈਂ ਸਮਝਦਾ ਬੜਾ ਸੀਰੀਅਸ ਹੈ ਔਰ ਇਸ ਵੇਲੇ ਬਹੁਤ ਹੀ ਮਜ਼ਬੂਤ ਹੈ। ਬਿਲਕੁਲ 26 ਤੋਂ ਬਾਅਦ ਜੋ ਰਾਕੇਸ਼ ਟਕੈਤ ਜੀ ਨੇ ਭਾਸ਼ਣ ਦਿੱਤਾ, ਉਸ ਵਾਰ ਰਾਤੋਂ ਰਾਤ ਜਿਹੜਾ ਹਰਿਆਣੇ ਤੇ ਯੂਪੀ ਦੇ ਵਿੱਚ ਰਿਐਕਸ਼ਨ ਹੋਇਆ, ਉਹ ਕਿਆ ਬਾਤ ਹੈ। ਮੈਂ ਕਹਿੰਦਾ ਪੰਜਾਬ ਤੋਂ ਵੀ ਸਾਡੇ ਵੀਰ ਅੱਗੇ ਲੈ ਗਏ ਅੰਦੋਲਨ ਨੂੰ। ਹੁਣ ਅੰਦੋਲਨ ਇੱਕ ਨਵਾਂ ਰੂਪ ਲੈ ਰਿਹਾ ਔਰ ਪੰਜਾਬ ਤੋਂ ਵੀ ਠੀਕ ਹੈ। 26 ਤੇ ਕੁਝ 2-2 3-3 ਦਿਨ ਲਈ ਟਰਾਲੀਆਂ ਗਈਆਂ ਸੀ, ਉਹਨਾਂ ਨੇ ਵਾਪਸ ਆਣਾ ਸੀ, ਪਰ ਮੈਂ ਸਮਝਦਾ ਹੁਣ ਸੈਂਕੜੇ ਹਜ਼ਾਰਾਂ ਟਰਾਲੀਆਂ ਫਿਰ ਦੁਬਾਰਾ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਜਾ ਰਹੀਆਂ। ਹੋਰ ਵੀ ਮਜ਼ਬੂਤੀ ਨਾਲ ਜਾਣਗੇ। ਮਤ ਸੋਚਣ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਕਿ ਅਸੀਂ ਆਪਦੀਆਂ ਜਿਹੜੀਆਂ ਕੋਝੀਆਂ ਚਾਲਾਂ ਨਾਲ ਇਸ ਸੰਘਰਸ਼ ਨੂੰ ਖਤਮ ਕਰ ਲਾਂਗੇ, ਫੇਲ ਕਰ ਦਾਂਗੇ। ਬਿਲਕੁਲ ਨਹੀਂ ਫੇਲ ਹੋਣਾ, ਅੱਗੇ ਨਾਲੋਂ ਵੀ ਮਜ਼ਬੂਤ ਹੋਇਆ ਸੰਘਰਸ਼। ਔਰ ਮੈਂ ਸਮਝਦਾ ਅੱਜ ਤੋਂ 5-7 ਦਿਨਾਂ ਬਾਅਦ, ਜਦੋਂ 3 ਤਰੀਕ ਤੋਂ ਜਾਂ 7 ਤਰੀਕ ਤੋਂ ਜਦੋਂ ਸ਼ੁਰੂ ਹੋਣੇ ਆ, ਪੰਜਾਬ ਤੋਂ ਸ਼ੁਰੂ ਹੋ ਗਏ, ਇਹ ਕਹਿੰਦਾ ਨਵਾਂ ਰੂਪ ਵੇਖਣ ਨੂੰ ਮਿਲੂਗਾ। ਔਰ ਕੁਝ ਆਉਣ ਵਾਲੇ ਹਫ਼ਤੇ 10 ਦਿਨਾਂ ਦੇ ਵਿੱਚ ਇਹ ਸੈਂਟਰ ਸਰਕਾਰ ਜਿਹੜੀ ਹੁਣ ਤੱਕ ਨਹੀਂ ਚੁੱਕੀ ਸੀ, ਇਹ ਚੁੱਕਦੀ ਨਜ਼ਰ ਆਊਗੀ, ਮੈਨੂੰ ਇਹ ਵਿਸ਼ਵਾਸ ਹੈ। ਜੀ ਜਸਪਾਲ ਜੀ, ਇੱਕ ਪੋਲੀਟੀਕਲ ਇਸ਼ੂ ਜੋ ਗੱਲ ਕੀਤੀ ਹੈ ਦੀਪਾ ਜੀ ਨੇ, ਕਿ ਜੇ ਕਿਸਾਨੀ ਅੰਦੋਲਨ ਜਿਸ ਤਰੀਕੇ ਦਾ ਵਾਰ ਹੈ, ਖਾਸ ਤੌਰ ਤੇ ਉੱਤਰੀ ਰਾਜਾਂ ਦੀ ਗੱਲ ਕੀਤੀ ਹੈ, ਉਹਨਾਂ ਨੇ ਯੂਪੀ ਦੀ ਗੱਲ ਕੀਤੀ ਹੈ, ਹਰਿਆਣਾ ਦੀ ਗੱਲ ਕੀਤੀ ਹੈ, ਜੇ ਅੰਦੋਲਨ ਦਮ ਭਰਦਾ ਹੈ ਤਾਂ ਲੱਗਦਾ ਕਿ ਮੋਦੀ ਲਈ ਪੋਲੀਟੀਕਲ ਤੌਰ ਤੇ ਵੀ ਨਾਰਥ ਸਟੇਟ ਦੇ ਉੱਤਰੀ ਭਾਰਤ 'ਚ ਬਹੁਤ ਵੱਡੀ ਚੁਣੌਤੀ ਖੜੀ ਹੋ ਸਕਦੀ ਹੈ। ਕਿਵੇਂ ਦੇਖਦੇ ਹੋ ਇਸ ਚੁਣੌਤੀ ਨੂੰ? ਲਈ ਉਹਨਾਂ ਨੇ ਕਾਨੂੰਨ ਲਿਆਂਦੇ ਜਿਹੜੇ ਕਿ ਇਹ ਗੱਲ ਜਿਹੜੀ ਇਸ ਕਿਸਮ ਦੇ ਕਾਨੂੰਨ ਲਿਆਉਣ ਦੀ
ਸਰਕਾਰ ਵੇਲੇ ਦੀ ਚਲਦੀ ਜੀ। ਆ ਰਹੀ ਆ, ਦੀ ਚਲਦੀ ਆ ਰਹੀ ਹੈ। ਇਹ ਆਪਣੇ ਆਪ ਨੂੰ ਵੀ ਮੈਂ ਜ਼ਿਆਦਾ ਜਿਹੜਾ ਫੈਸਲਾ ਲੈਣਾ ਇਹ ਸਰਕਾਰ ਦਾ ਇਹ ਹੈ, ਜਾਂ ਖਾਸ ਕਰਕੇ ਨਰਿੰਦਰ ਮੋਦੀ ਦਾ, ਪ੍ਰਾਈਮ ਮਿਨਿਸਟਰ ਦਾ, ਵੀ ਮੈਂ ਉਦੋਂ ਪਿੱਛੇ ਨਹੀਂ ਹਟਦਾ। ਇਹ ਤੋਂ ਪਿੱਛੇ ਹਟਣਾ ਵੀ ਸਰਕਾਰ ਦੇ ਲਈ ਵੀ ਖਤਰਾ ਹੈ, ਇਸ ਕਰਕੇ ਉਹ ਸਟੈਂਡ ਲਈ ਬੈਠੇ ਆ। ਤੇ ਬਾਕੀ ਹੋਰ ਸਰਕਾਰਾਂ ਤਾਂ ਸੌਰੀਆਂ ਜਾਂ ਜਿੱਥੇ ਜਿੱਥੇ ਲੋਕ ਦੂਜੇ ਸਰਕਾਰਾਂ ਨਹੀਂ ਸੀ ਕਰ ਸਕਦੀਆਂ, ਇਹ ਬੜੇ ਜ਼ੋਰ ਸ਼ੋਰ ਨਾਲ ਗਿਆ। ਇਸ ਕਰਕੇ ਇਹਨੂੰ ਵੀ ਪਤਾ ਸਾਰਾ, ਤੇ ਸਰਕਾਰ ਦਾ ਵੀ ਸਾਰਾ ਕੁਝ ਦਾਅ ਤੇ ਲੱਗਿਆ ਤੇ ਕਿਸਾਨੀ ਦਾ ਵੀ ਦਾਅ ਤੇ ਲੱਗਿਆ, ਦੋਨਾਂ ਦੇ ਦਾਅ ਤੇ ਲੱਗਿਆ। ਹੁਣ ਇਸ ਦਾਅ ਤੇ ਲੱਗੀ ਜਿਹੜੀ ਗੱਲ ਆ ਉਹਦੇ ਚੋਂ ਕੀ ਨਿਕਲਦਾ ਇਹ ਦੇਖਾਂਗੇ ਸਾਰਾ। ਪਰ ਇਹ ਮੰਨ ਕੇ ਚੱਲੋ ਵੀ ਕਿਸਾਨਾਂ ਦਾ ਵੀ ਦਾਅ ਤੇ ਲੱਗਿਆ ਵਾ, ਸਾਰੀ ਕਿਸਾਨੀ ਦਾ, ਤੇ ਸਰਕਾਰ ਦਾ ਵੀ ਦਾਅ ਤੇ ਲੱਗਿਆ। ਇਹ ਹੁਣ ਦੇਖਦੇ ਆ ਵੀ ਇਸ ਗੱਲ ਦੇ ਵਿੱਚੋਂ ਬੜਾ ਸੰਭਲ ਕੇ ਸਾਰੀ ਪੋਲਿਟਿਕਸ ਕਰਨੀ ਪਊਗੀ ਸਾਰਿਆਂ ਨੂੰ, ਤੇ ਸਾਨੂੰ ਇਹ ਵੱਡੀ ਪੋਲਿਟਿਕਸ ਤੇ ਵੱਡੇ ਦ੍ਰਿਸ਼ਟੀ ਤੇ ਚੱਲਣਾ ਪਏਗਾ। ਓਕੇ, ਛੋਟੇ ਛੋਟੇ ਸਵਾਲ ਜਿਹੜਾ ਹੈ ਡਾਕਟਰ ਸੰਧੂ, ਮੈਂ ਤੁਹਾਡੇ ਤੋਂ ਸਵਾਲ ਲੈਣ ਲੱਗਾ। ਦੀਪਾ ਜੀ ਤੁਹਾਡੇ ਵੱਲ ਵੀ ਆ ਰਹੇ ਹਾਂ। ਡਾਕਟਰ ਸੰਧੂ ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਸੀ। ਦੇਖੋ, ਪੋਲੀਟੀਕਲੀ ਤਾਂ ਬੁਰੀ ਹਾਲਤ ਹੋਈ ਪਈ ਹੈ, ਸਟੇਟਸ ਨੂੰ ਛੱਡ ਦਿਓ। ਸਾਊਥ ਦੀਆਂ ਦੇ ਵਿੱਚ ਇਹ ਹੁਣ ਆਵਾਜ਼ ਸ਼ੁਰੂ, ਤਮਿਲਨਾਡੂ ਚ ਦੇਖ ਲਿਆ, ਅਸਾਮ ਦੀ ਦੇਖ ਲਿਓ ਕੀ ਹਾਲ, ਕਿਸਾਨ ਅੰਦੋਲਨ ਦਾ ਅਸਰ, ਵੈਸਟ ਬੰਗਾਲ ਦੇਖ ਲਿਓ ਕੀ ਹਾਲ ਹੁੰਦਾ ਹੈ। ਸਰਕਾਰ ਅੱਜ ਟੁੱਟੀ ਕੇ ਸਵੇਰੇ ਟੁੱਟੀ, ਅੱਜ ਟੁੱਟੀ ਕੇ ਸਵੇਰੇ ਟੁੱਟੀ। ਇਹ ਲੇਕਿਨ ਤੁਸੀਂ ਵੇਖੋ ਸਰ, ਉਹ ਅਜੇ ਵੀ ਅੱਜ ਬਜਟ ਪੇਸ਼ ਹੋਇਆ, ਜਿੰਨੀ ਕੀਮਤਾਂ ਨਵੀਆਂ ਪੁਰਾਣੀਆਂ, ਉਹਦੇ ਅੱਗੇ ਪ੍ਰਧਾਨ ਮੰਤਰੀ ਫਲਾਨੀ ਇਹ ਨੈਸ਼ਨਲ ਯੋਜਨਾ ਦੀਆਂ ਪ੍ਰਧਾਨ ਨਹੀਂ ਗੀਆਂ, ਕਿਸੇ ਇੱਕ ਇੰਡੀਵਿਜੂਅਲ ਦੀਆਂ ਨਹੀਂ ਗੀਆਂ, ਕਿਸੇ ਇੱਕ ਕੁਰਸੀ ਨਾਲ ਸੰਬੰਧਿਤ ਨਹੀਂ। ਮਹਿਕਮੇ ਦੇ ਵਾਸਤੇ ਬਜਟ ਅੱਡੋ ਅੱਡ ਐਲੋਕੇਟਡ ਹੈ, ਲੇਕਿਨ ਹਰ ਦੇ ਮੂਹਰੇ ਲੱਗਦਾ ਕੀ ਹੈ, ਪ੍ਰਧਾਨ ਮੰਤਰੀ ਇਹ ਤੋਂ ਡਰਦੇ ਆ, ਮੋਦੀ ਤੋਂ ਡਰਦੇ ਆ ਸਾਰੇ, ਥੈਂਕ ਯੂ ਅਮਿਤ ਸ਼ਾਹ। ਜੀ ਜੀ ਨਹੀਂ, ਇੱਕ ਯੂਪੀ ਦੇ ਵਿੱਚ ਰਕੇਸ਼ ਟਿਕੈਟ ਤੇ ਉਹਦੇ ਖੱਪ ਕਰਕੇ ਪੰਚਾਇਤਾਂ ਤੇ ਜਿਹੜੇ ਫੈਸਲੇ ਲੈ ਲਏ, ਇਹਨਾਂ ਦੀਆਂ ਲੱਤਾਂ ਕੰਬ ਰਹੀਆਂ ਇਸ ਵੇਲੇ। ਜੇ ਇਹੀ ਕੰਮ ਸਰ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਡਾਕਟਰ ਸੰਧੂ, ਮਿਹਰਬਾਨੀ ਜੀ। ਥੈਂਕ ਯੂ ਦੀਪਾ ਜੀ ਤੁਸੀਂ ਆਪਣੇ ਕਮੈਂਟ ਦੇਣਾ ਚਾਹੁੰਦੇ ਸੀ, ਪਲੀਜ਼। ਮੈਂ ਜੋ ਸਿੱਧੂ ਸਾਹਿਬ ਕਹਿ ਰਹੇ ਸੀਗੇ ਕਿ ਸ਼ਾਇਦ ਸੈਂਟਰ ਸਰਕਾਰ ਦਾ ਵੀ ਬੜਾ ਕੁਝ ਦਾਅ ਤੇ ਲੱਗਿਆ, ਕਿਸਾਨਾਂ ਦਾ ਵੀ ਦਾਅ ਤੇ ਲੱਗਿਆ, ਕਿਸਾਨਾਂ ਦਾ ਦਾਅ ਤੇ ਬਿਲਕੁਲ ਲੱਗਿਆ। ਪਰ ਮੈਂ ਸਮਝਦਾ ਮੋਦੀ ਸਰਕਾਰ ਨੂੰ ਜੇ ਕਾਨੂੰਨ ਵਾਪਸ ਲੈ ਲੈਂਦੇ, ਕੋਈ ਖਤਰਾ ਨਹੀਂ ਹੈ ਕਿ ਉਹਨਾਂ ਦੀ ਕੋਈ ਸਰਕਾਰ ਡਿੱਗ ਪਊਗੀ। ਬਿਲਕੁਲ ਨਹੀਂ ਡਿੱਗਦੀ, ਬਲਕਿ ਹੋ ਸਕਦਾ ਹਰਿਆਣੇ ਦੀ ਸਰਕਾਰ ਬਚ ਜਾਵੇ, ਜਿਹੜੀ ਕਿ ਡਿੱਗਣ ਦੇ ਕਗਾਰ ਤੇ ਹੈ। ਜੇ ਲੱਗਿਆ ਦਾਅ ਤੇ ਤਾਂ ਉਹ ਅਡਾਨੀ ਅੰਬਾਨੀ ਦਾ ਲੱਗਿਆ, ਉਹਨਾਂ ਦਾ ਫਿਕਰ ਹੈ, ਉਹਨੂੰ ਸਰਕਾਰ ਦਾ ਕੋਈ ਫਿਕਰ ਨਹੀਂ। ਸਰਕਾਰ ਉਹਦੀ ਮੈਜੋਰਟੀ ਹੈ, ਸਰਕਾਰ ਤਾਂ ਉਹਦੀ ਚੱਲੇਗੀ ਮੋਦੀ ਦੀ। ਪਰ ਹਾਂ, ਬਿਲਕੁਲ ਹਰਿਆਣੇ ਦੀ ਸਰਕਾਰ ਪਹਿਲੀ ਵਾਰੀ ਹੋਇਆ ਉੱਥੇ ਸੀਰੀਅਸ ਮਸਲਾ ਹੋਇਆ, ਜਿਹੜੇ ਜੇਜੇਪੀ ਦੇ ਐਮਐਲਏ ਤੇ ਬੀਜੇਪੀ ਦੇ ਐਮਐਲਏਆਂ ਦਾ ਪਿੰਡਾਂ ਦੇ ਵਿੱਚ ਜਿਹੜਾ ਵਾਕਈ ਬਹਿਸ਼ਕਾਰ ਸ਼ੁਰੂ ਹੋਇਆ। ਬਰਾਬਰ ਜਿਹੜਾ ਇਨੈਲੋ ਬਰਾਬਰ ਖੜੀ ਹੋ ਰਹੀ ਹੈ, ਉੱਥੋਂ ਦੇ ਅਭੈ ਚੌਟਾਲਾ ਨੇ ਰਿਜ਼ਾਈਨ ਕਰਤਾ। ਉੱਥੇ ਬਾਈ ਇਲੈਕਸ਼ਨ ਆਊਗਾ, ਹੋ ਸਕਦਾ ਉੱਥੇ ਜੇਜੇਪੀ ਨੂੰ ਬੁਰੀ ਤਰ੍ਹਾਂ ਬੁਰਾ ਹਾਲ ਵੇਖਣਾ ਪਵੇ। ਉੱਥੇ ਵੱਡੀ ਫੇਰ ਬਦਲ ਆਉਣ ਵਾਲੀ। ਪੋਲੀਟੀਕਲ ਬੰਦੇ ਪੋਲਿਟਿਕਸ ਵੇਖਦੇ ਆ, ਜਦੋਂ ਉਹਨਾਂ ਦੀ ਰਾਜਨੀਤੀ ਸਟੇਟਾਂ ਦੇ ਵਿੱਚ ਖਤਮ ਹੁੰਦੀ ਹੋਵੇ, ਹਰਿਆਣੇ 'ਚ ਲੱਗੇਗੀ ਜਿਸ ਦਿਨ ਉਹਨਾਂ ਦੀ ਸਰਕਾਰ ਟੁੱਟਣ ਵਾਲੀ ਹੈ, ਮਜਬੂਰ ਹੋ ਜਾਊਗੀ ਮੋਦੀ ਸਰਕਾਰ ਕਿ ਇਹਨਾਂ ਦੇ ਹੁਣ ਮੰਗਿਆ ਜਾਵੇ। ਇੱਕ ਫੇਸ ਸੇਵਿੰਗ ਜ਼ਰੂਰ ਚਾਹ ਸਕਦੇ ਆ, ਕਿਸਾਨਾਂ ਨੂੰ ਮਿਹਨਤ ਕਰਨ ਕਿ ਸਾਡੇ ਪ੍ਰਾਈਮ ਮਿਨਿਸਟਰ ਦੀ ਫੇਸ ਸੇਵਿੰਗ ਹੋ ਜਾਏ, ਕੁਝ ਇਸ ਤਰ੍ਹਾਂ ਦਾ ਸਾਨੂੰ ਕਰ ਦਿਓ, ਕਾਨੂੰਨ ਤਾਂ ਵਾਪਸ ਹੋ ਜਾਣ, ਪਰ ਸਾਡੀ ਵੀ ਹੋ ਜਾਏ ਕਿ ਪ੍ਰਾਈਮ ਮਿਨਿਸਟਰ ਨੇ ਇੰਨਾ ਕੁਝ ਕਰ ਲਿਆ। ਮੈਂ ਸਮਝਦਾ ਕਿ ਅਗਲੇ 5 7 10 ਦਿਨਾਂ 'ਚ ਇਹੋ ਜਿਹੀ ਉਮੀਦ ਰੱਖਦੇ ਹਾਂ। ਜੀ ਜਸਪਾਲ ਜੀ, ਇੱਕ ਇਹਦੇ ਚ ਹੋਰ ਵੱਡਾ ਸਵਾਲ ਇਹ ਵੀ ਉੱਭਰ ਕੇ ਸਾਹਮਣੇ ਆ ਰਿਹਾ ਕਿ ਕਿਸਾਨੀ ਅੰਦੋਲਨ ਤਾਂ ਹੈ ਹੀ ਹੈ। ਆਪਾਂ ਜਿੱਦਾਂ ਦੀਪਾ ਜੀ ਕਹਿ ਰਹੇ, ਪੋਲੀਟੀਕਲ ਪਾਰਟੀਆਂ ਦੀ ਜਦੋਂ ਗੱਲ ਕਰਦੇ ਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੱਲ ਆਲ ਪਾਰਟੀ ਮੀਟਿੰਗ ਬੁਲਾਈ, ਉਹਦੇ ਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਤਾਂ ਚਲੋ ਕੱਲ ਦੇਖਾਂਗੇ। ਪਰ ਜਦੋਂ ਆਪਾਂ ਦੂਜੇ ਬਾਰਡਰਾਂ ਦੀ ਗੱਲ ਕਰਦੇ ਆਂ, ਗਾਜ਼ੀਪੁਰ ਬਾਰਡਰ ਤੇ ਹੁਣ ਕੁਝ ਪੋਲੀਟੀਕਲ ਲੋਕ ਜਾਣ ਲੱਗੇ ਕਿ ਇਹ ਜਿਹੜਾ ਅੰਦੋਲਨ ਜਿਹੜਾ ਹੈਗਾ, ਇਹਨੂੰ ਜਦੋਂ ਆਪਾਂ ਖਾਸ ਤੌਰ ਤੇ ਰਾਜਸੀ ਧਿਰਾਂ ਨਾਲ ਜੋੜ ਕੇ ਦੇਖਦੇ ਹਾਂ, ਉਸੇ ਰਵਾਇਤ ਮੁਤਾਬਕ ਹੀ ਚੱਲਣਾ ਚਾਹੀਦਾ ਹੈ ਕਿ ਪੋਲੀਟੀਕਲ ਪਾਰਟੀਆਂ ਦਾ ਸਿੱਧੇ ਤੌਰ ਤੇ ਦਖਲ ਨਹੀਂ ਹੋਣਾ ਚਾਹੀਦਾ, ਜਾਂ ਜਿਹੜਾ ਇੱਕ ਹੁਣ ਨਵੇਂ ਧਿਰੇ ਤੋਂ ਇੱਕ ਸਰਗਰਮੀ ਜੀ ਜਿਹੜੀ ਸੁਲਗ ਰਹੀ ਹੈ ਰਾਜਸੀ ਧਿਰਾਂ ਦੀ, ਉਹਨੂੰ ਕਿਵੇਂ ਦੇਖ ਰਹੇ ਹੋ ਜਸਪਾਲ ਜੀ? ਦੇਖੋ, ਪਹਿਲੀ ਗੱਲ ਤਾਂ ਇਹ ਅਸੀਂ ਜਿੱਥੇ ਗਲਤੀ ਕਰਦੇ ਆ, ਪਹਿਲੀ ਗੱਲ ਇਹ ਸਾਨੂੰ ਸਮਝ ਲੈਣਾ ਚਾਹੀਦਾ, ਇਹ ਕਲੀਅਰ ਕੱਟ ਮੈਜੋਰਿਟੇਰੀਅਨ ਹਿੰਦੂ ਮੈਜੋਰਿਟੇਰੀਅਨ ਗਵਰਨਮੈਂਟ ਹੈ, ਉਹ ਐਸਟੈਬਲਿਸ਼ ਹੋ ਚੁੱਕੀ ਹੈ। ਉਹ ਸਮਾਜ ਨੂੰ
ਹਿੰਦੂ ਸਮਾਜ ਨੂੰ ਇਕੱਠਾ ਕਰਕੇ ਬਣਦੀ ਹੈ। ਉਹ ਹਰ ਛੋਟੀ ਮੂਵ ਜਿਹੜੀ ਵੱਡੀ ਮੂਵ ਸਾਰੀ ਇਸੇ ਪਾਸੇ ਲਾਉਂਦੀ ਹੈ। ਇਸ ਕਰਕੇ ਮਿਨੋਰਿਟੀ ਮੁਸਲਮਾਨ ਤੇ ਸਿੱਖ ਇਹਨਾਂ ਦੇ ਪਿੰਡੇ ਤੇ ਹੀ ਜਿਹੜਾ ਸਾਰੀ ਇਹ ਪੋਲਿਟਿਕਸ ਕਰਨੀ ਹੈ ਜਾਂ ਇਸ ਕਿਸਮ ਦੀ ਜਾਂ ਦਲਤਾਂ ਤੇ ਕਰਨੀ ਹੈ। ਇਸ ਕਰਕੇ ਇਹ ਟਾਰਗੇਟ ਤਾਂ ਇਹੀ ਗਰੁੱਪ ਹੈਗੇ ਆ। ਦੂਜੀ ਗੱਲ, ਜਿੱਥੋਂ ਤੱਕ ਇਹ ਵੀ ਪੋਲਿਟਿਕਸ ਦੇ ਸਵਾਲ ਦੇ ਵਿੱਚ ਇਹ ਹੈ, ਮੋਦੀ ਆਪਣੇ ਆਪ ਨੂੰ ਸਟਰੋਂਗ ਤੇ ਬੜਾ ਵੱਡੇ ਅਕਸ ਵਾਲਾ ਇਮੇਜ ਵਾਲਾ ਲੀਡਰ ਉਹਨੇ ਆਪਣੇ ਆਪ ਨੂੰ ਮਰਜ ਕੀਤਾ, ਜਿਹੜਾ ਕਿ ਇਹ ਹਾਲਾਤ ਆ ਪਹਿਲਾਂ ਵੀ ਆ ਰਹੇ ਸੀਗੇ ਤੇ ਬੜੀ ਦੇਰ ਦਾ WTO ਦਾ ਪ੍ਰੈਸ਼ਰ ਹੈ ਇੰਡੀਆ ਗਵਰਨਮੈਂਟ ਤੇ। ਪਰ ਇਹਨੇ ਲਿਆਂਦਾ, ਇਹਨੇ ਤਾਂ ਲਿਆਂਦਾ ਵੀ ਮੈਂ ਨੋਟਬੰਦੀ ਕੀਤੀ ਆ ਵਾਪਸ ਨਹੀਂ ਲਈ, ਮੈਂ GST ਲਿਆਂਦੀ ਵਾਪਸ ਨਹੀਂ ਲਈ, ਉਹਦੇ ਤੇ ਪੁੱਛਿਆ ਨਹੀਂ ਕਿਸੇ ਨੂੰ। ਮੈਂ ਫਿਰ ਮੁੜ ਕੇ ਫਿਰ ਇਹਨੇ ਲਾਕਡਾਊਨ ਕੀਤਾ, ਛੱਡਣ ਨਹੀਂ ਲੈ ਆਂਦਾ। ਇਹਦੀਆਂ ਹਰ ਚੀਜ਼ਾਂ ਸਾਰੀਆਂ ਮੰਨੀਆਂ ਗਈਆਂ। CA ਜਿਹੜਾ ਸਿਟੀਜ਼ਨ ਕਾਨੂੰਨ ਲੈ ਆਂਦਾ, ਉਹ ਲੈ ਆਂਦਾ। ਇਹ ਜਿਸ ਜਸਪਾਲ ਜੀ ਉਹ ਕਹਿ ਰਿਹਾ ਕਿ ਅੱਗੇ ਨੂੰ ਵੀ ਲਿਆਉਂਗਾ, ਖੇਤੀ 'ਚ ਹੋਰ ਸੁਧਾਰ ਵੀ ਕਹਿੰਦਾ, ਇਹ ਕੀ ਆ ਹੋਰ ਵੀ ਲਿਆਉਣੇ ਆ ਜੇ। ਅੱਜ ਜਿਹੜਾ ਸ਼ੌਕ ਦੀ ਪਾਲਿਸੀ ਆ, ਸ਼ੌਕ ਟ੍ਰੀਟਮੈਂਟ ਦੇਣ ਦੀ ਜਿਹੜੀ ਇਹਦੀ ਪੋਲਿਟਿਕਸ ਹੈ, ਇਦੋਂ ਪਹਿਲਾਂ ਡੈਮੋਕ੍ਰੈਟਿਕ ਨਹੀਂ ਹੁੰਦੀ, ਉਹ ਇਸ ਦੀ ਹੋਈ ਹੈ। ਇਸ ਕਰਕੇ ਇਸ ਸ਼ੌਕ ਟ੍ਰੀਟਮੈਂਟ ਵਿੱਚ ਹੀ ਹੁਣ ਉਹ ਅੱਜ ਸਾਰੇ ਜਿਹੜੇ ਕਿਸਾਨਾਂ ਦੀ ਘੇਰਾਬੰਦੀ ਹੋ ਰਹੀ ਹੈ, ਕੰਧਾਂ ਨਿਕਲ ਰਹੀਆਂ, ਕਿੱਲ ਲੱਗ ਰਹੇ ਆ, ਇਹ ਸ਼ੌਕ ਟ੍ਰੀਟਮੈਂਟ ਉਹ ਕਰਦਾ ਹੈ। ਉਹਦੀ ਸਾਰੀ ਉਹਦੀ ਰਾਜ ਹੈ ਜਿਹੜਾ 5-6 ਸਾਲਾਂ ਦਾ ਸ਼ੌਕ ਟ੍ਰੀਟਮੈਂਟ ਉੱਤੇ ਬੇਸਡ ਹੈ। ਤੇ ਇਸ ਕਰਕੇ ਸਾਨੂੰ ਬਹੁਤ ਹੀ ਵੱਡੇ, ਅਸੀਂ ਇਸ ਨੂੰ ਗੱਲ ਛੋਟਾ ਕਰਕੇ ਨਾ ਦੇਖੋ ਵੀ ਉਹਦੀ ਸਰਕਾਰ ਬਚ ਜੂਗੀ, ਬਚਣਾ ਉਹਦਾ ਕੁਝ ਨਹੀਂ। ਉਹਦੀ ਇਮੇਜ ਵੀ ਇੱਕ ਸਟਰੋਂਗ ਤੇ ਇਸੇ ਕਿਸਮ ਦੀ ਇਮੇਜ ਨਾਲ ਹੀ ਉਹ ਬਚਦਾ, ਨਹੀਂ ਸਰਕਾਰ ਡਿੱਗਦੀ ਹੈ ਉਹਦੀ। ਇਸ ਕਰਕੇ ਕਦੇ ਹਰਿਆਣੇ ਪਾਸੇ ਕਰਕੇ ਨਾ ਦੇਖੋ। ਓਕੇ, ਥੈਂਕ ਯੂ ਡਾਕਟਰ ਸੰਧੂ। ਮੈਨੂੰ ਤਾਂ ਇਹਦੀਆਂ ਸਾਰੀਆਂ ਸਕੀਮਾਂ 'ਚ ਕੋਈ ਸਟਰੈਂਥ ਨਜ਼ਰ ਨਹੀਂ ਆਉਂਦੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੇ ਉੱਤੇ, ਹਿੰਦੁਸਤਾਨ ਦੇ ਲੋਕਾਂ ਦੇ ਉੱਤੇ। ਇਹਦਾ ਤਾਂ ਕੋਈ ਫੈਸਲਾ ਲੈ ਲਓ ਤੁਸੀਂ, ਬਸ ਕਰਤਾ ਸੋ ਕਰਤਾ। ਤੇ ਬਾਕੀ ਹੈਰਾਨਗੀ ਇਸ ਗੱਲ ਦੀ ਹੈ, ਬੈਂਕਰਪਸੀ ਇਹਦੇ ਆਪਦੇ ਲੀਡਰਾਂ ਦੇ, ਏਡੇ ਕੱਦਾਵਰ ਲੀਡਰਾਂ ਦੀ ਇੰਨੀ ਹੋਈ ਪਈ ਹੈ ਕਿ ਉਹ ਇਹਦੇ ਮੂੰਹ ਵੱਲ ਵੇਖਦੇ ਆ, ਕਿਸੇ ਦੀ ਜ਼ੁਬਾਨ ਖੁੱਲਦੀ ਨਹੀਂ। ਇਹ ਸਾਰਾ ਕੁਝ ਜਿਹੜਾ ਨਾ, ਇਹ ਨਾ ਸਿਰਫ ਕਿਸਾਨਾਂ ਤੇ, ਨਾ ਸਿਰਫ ਸਿੱਖਾਂ ਤੇ, ਮੁਸਲਮਾਨਾਂ ਤੇ, ਇਹਨੇ ਆਪਦੇ ਵੀ ਬੰਦੇ ਜਿਹੜੇ ਸਾਰੇ ਡਰਾਏ ਹੋਏ ਆ ਵੀ ਜਾਂ ਤਾਂ ਲਾਈਨ 'ਚ ਲੱਗ ਜਾਓ ਤੇ ਨਹੀਂ ਫਿਰ ਵੇਖ ਲਓ, ਤੁਹਾਡਾ ਪੋਲਿਟਿਕਸ ਤਾਂ ਮੈਂ ਆਪੇ ਸਾਂਭ ਲੂੰਗਾ। ਸੋ ਇਹਦੀਆਂ ਪਾਲਿਸੀਆਂ, ਇਹਦੇ ਝੂਠ, ਇਹਦੀ ਐਂਟੀ ਡੈਮੋਕ੍ਰੈਟਿਕ, ਇਹਦੀਆਂ ਇਹੋ ਜਿਹੇ ਨਿੱਕੇ ਕਿ ਗੈਸ ਉਹਦੇ ਚੋਂ ਨਾਲੀ ਚੋਂ ਗੈਸ ਤੇ ਪਤੀਲਾ ਧਰ ਕੇ ਮੋੜੀ ਕੱਢ ਕੇ ਉਹ ਚਾਹ ਬਣਵਾਈ ਜਾਂਦਾ। ਇਹ ਪ੍ਰਧਾਨ ਮੰਤਰੀ ਹੈ। ਚਲੋ ਮਿਹਰਬਾਨੀ ਸਰ, ਮਿਹਰਬਾਨੀ, ਤੁਹਾਡੇ ਜਜ਼ਬਾਤ ਹੈ ਸੰਧੂ ਸਾਹਿਬ, ਥੈਂਕ ਯੂ ਵੈਰੀ ਮਚ। ਲਾਸਟ ਕਮੈਂਟ ਜਿਹੜਾ ਡਾਕਟਰ ਹੈਲੋ ਦੀਪਾ ਜੀ, ਲਾਸਟ ਕਮੈਂਟ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂ, ਆ ਰਹੀ ਹੈ ਜੀ ਦੀਪਾ ਜੀ, ਲਾਸਟ ਕਮੈਂਟ ਇਸ ਮੁੱਦੇ ਦੇ ਉੱਤੇ ਕਿ ਪ੍ਰਧਾਨ ਮੰਤਰੀ, ਜਿੱਦਾਂ ਜਸਪਾਲ ਜੀ ਨੇ ਕਿਹਾ ਕਿ ਉਹਦੇ ਲਈ ਬਹੁਤ ਵੱਡਾ ਦਾਅ ਇਸ ਕਰਕੇ ਲੱਗਿਆ ਹੋਇਆ ਹੈ ਕਿ ਜਿਸ ਤਰ੍ਹਾਂ ਦੀ ਹੈਂਕੜ ਜਾਂ ਜਿੱਦ ਦੇ ਵਿੱਚ ਪ੍ਰਧਾਨ ਮੰਤਰੀ ਸਾਰੀ ਭੂਮਿਕਾ ਪਿਛਲੇ 5-7 ਸਾਲਾਂ 'ਚ ਨਿਭਾ ਰਿਹਾ ਹੈ, ਹੁਣ ਵੀ ਉਹਦੇ ਸਾਹਮਣੇ ਹੈ। ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਹੈਂਕੜ ਜਾਂ ਆਕੜ ਜਿਹੜੀ ਜਿੱਦ ਛੱਡ ਕੇ ਗੱਲਬਾਤ ਦੀ ਟੇਬਲ ਤੇ ਕਿਸਾਨਾਂ ਦੀਆਂ ਗੱਲਾਂ ਮੰਨੀਆਂ ਜਾਣੀਆਂ ਚਾਹੀਦੀਆਂ ਤਾਂ ਕਿ ਕਮ ਸੇ ਕਮ ਜਿਹੜਾ ਹੋਰ ਮਾਹੌਲ ਹੈ ਉਸ ਨੂੰ ਵਿਗੜਨ ਤੋਂ ਬਚਾਇਆ ਜਾ ਸਕੇ? ਬਿਲਕੁਲ, ਮੈਂ ਜਸਪਾਲ ਜੀ ਦੀ ਇਸ ਗੱਲ ਤੋਂ ਸਹਿਮਤ ਹਾਂ ਕਿ ਜਿਹੜੇ ਹੁਣ ਤੱਕ ਉਹਨੇ ਡਿਸੀਜਨ ਲਏ ਮੋਦੀ ਜੀ ਨੇ, ਉਹਨਾਂ ਨੇ ਠੀਕ ਹੈ, ਕੁਛ ਨਾ ਕੁਛ ਆਵਾਜ਼ਾਂ ਉੱਠੀਆਂ ਉਸ ਦੇ ਖਿਲਾਫ, ਉਹਨਾਂ ਨੇ ਵਾਪਸ ਨਹੀਂ ਲਏ, ਪਰ ਆਵਾਜ਼ਾਂ ਇੰਨੀਆਂ ਨਹੀਂ ਉੱਠੀਆਂ ਜਿੰਨੀਆਂ ਕਿਸਾਨ ਸੰਘਰਸ਼ ਦੇ ਵਿੱਚ ਆਵਾਜ਼ਾਂ ਉੱਠੀਆਂ, ਜਿੱਥੇ ਕਿਸਾਨ ਦੇਸ਼ ਦਾ ਇੱਕ ਮੁੱਠ ਹੈ ਔਰ ਜਿਹੜੀਆਂ ਦਿੱਲੀ ਦੇ ਆਸ-ਪਾਸ ਵਾਲੀਆਂ ਸਟੇਟਾਂ ਹੈ ਉਹਨਾਂ ਨੇ ਘੇਰਾ ਪਾ ਕੇ ਬੈਠੀਆਂ ਹੋਈਆਂ ਔਰ ਪਿਛਲੇ 4 ਮਹੀਨਿਆਂ ਤੋਂ ਇਹ ਜਿਹਾ ਇਤਿਹਾਸਿਕ ਸੰਘਰਸ਼ ਜਿਹੜਾ ਚੱਲ ਰਿਹਾ, ਇਹੋ ਜਿਹੀ ਆਵਾਜ਼ਾਂ ਪਹਿਲਾਂ ਜਿਹੜੇ ਕਾਨੂੰਨ ਹੈ ਉਹਨਾਂ ਦੇ ਖਿਲਾਫ ਨਹੀਂ ਉੱਠੀਆਂ। ਇਹ ਠੀਕ ਹੈ, ਹੈਂਕੜਬਾਜ਼ ਵੀ ਹੈ, ਦਿਮਾਗ ਵੀ ਬੜਾ ਉੱਚਾ, ਕਿੱਲਾ ਵੀ ਫਸਿਆ ਹੋਇਆ, ਪਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਟਾਈਮ ਆ ਰਿਹਾ, ਜੇ ਹਰਿਆਣੇ ਵਾਲੇ BJP ਦੀ ਸਰਕਾਰ ਨੂੰ ਸੇਕ ਲੱਗ ਰਿਹਾ, 8-10 ਮਹੀਨਿਆਂ ਨੂੰ UP ਦੇ ਵਿੱਚ ਵੀ ਇਲੈਕਸ਼ਨ ਹੈ ਔਰ 4 ਮਹੀਨਿਆਂ ਦੇ ਵਿੱਚ ਵੈਸਟ ਬੰਗਾਲ 'ਚ ਵੀ ਇਲੈਕਸ਼ਨ ਹੈ, ਔਰ ਜਿਸ ਤਰ੍ਹਾਂ ਮਹਾਰਾਸ਼ਟਰ 'ਚ ਬੜੀ ਵੱਡੀ ਰੈਲੀ ਹੋਈ ਕਿਸਾਨਾਂ ਦੀ, ਕੇਰਲਾ ਦੇ ਵਿੱਚ ਹੋ ਗਈ, ਕਰਨਾਟਕਾ 'ਚ ਹੋ ਗਈ, ਮੈਂ ਸਮਝਦਾ ਕਿ ਹੁਣ ਆਪਣੀ ਹੈਂਕੜਬਾਜ਼ੀ ਇਹਨਾਂ ਨੂੰ ਤੋੜਨੀ ਪੈਣੀ। ਕੋਈ ਰਸਤਾ ਨਰਿੰਦਰ ਮੋਦੀ ਜੀ ਜ਼ਰੂਰ ਕੱਢਣਗੇ ਕਿ ਕੁਝ ਫੇਸ ਸੇਵਿੰਗ ਉਹਨਾਂ ਦੀ ਹੋ ਜੇ, ਹੈਂਕੜਬਾਜ਼ੀ ਟੁੱਟੂਗੀ ਔਰ ਮੰਨਣਗੇ ਜੋ ਕਿਸਾਨ ਮੰਗ ਰਹੇ ਆ, ਕਾਨੂੰਨ ਰੱਦ ਕਰਨਗੇ, ਕਿਸੇ ਢੰਗ ਨਾਲ ਕਰਨਗੇ, ਬੜੀ ਛੇਤੀ ਕਰਨਗੇ। ਓਕੇ, ਮਿਹਰਬਾਨੀ। ਇਸ ਮੁੱਦੇ ਤੇ ਆਉਣ ਲਈ ਮੈਂ ਦੀਪਾ ਜੀ, ਡਾਕਟਰ ਸੰਧੂ, ਜਸਪਾਲ ਜੀ, ਤੁਹਾਡਾ ਤਿੰਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਪੈਨਲ ਤੇ ਆਏ। ਸਾਡੀ ਡਿਬੇਟ 'ਚ ਇੱਕ ਬੜਾ ਸਾਰਥਕ ਸੁਨੇਹਾ ਕਿ ਪ੍ਰਧਾਨ ਮੰਤਰੀ ਨੇ ਗੱਲਬਾਤ ਦੀ ਪੇਸ਼ਕਸ਼ ਜ਼ਰੂਰ ਕੀਤੀ ਹੈ,
ਪਰ ਉਹਦੇ ਲਈ ਸਾਰਥਕ ਮਾਹੌਲ ਬਣਾਉਣ ਦੀ ਬੇਹੱਦ ਜ਼ਰੂਰਤ ਹੈ। ਔਰ ਇਹ ਵੀ ਇਸ ਦੇ ਨਾਲ ਕਿ ਦਿੱਲੀ ਦੇ ਬਾਰਡਰ ਤੋਂ ਜਿਹੜੇ ਸੁਨੇਹੇ ਆ ਰਹੇ ਹੈ, ਉਹ ਕਹਿੰਦੇ ਕਿ ਸਰਕਾਰ ਨੇ ਜਿਸ ਤਰ੍ਹਾਂ ਦੀਆਂ ਜ਼ਿਆਦਤੀਆਂ ਕਰਨੀਆਂ ਕਰ ਲਓ, ਪਰ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਕਿਸਾਨਾਂ ਦੇ ਹੌਸਲੇ ਬੁਲੰਦ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਇੱਕ ਵਾਰ ਮੈਂ ਤੁਹਾਡੇ ਸਾਰਿਆਂ ਵੱਲੋਂ ਮੁੜ ਆਪਣੇ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹਾਂ। ਦੇਸ਼ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।